खबरां दे बुलेटिन च तुहाडा स्वागत है। नजर मारदे हां अज दीयां खास खबरां ते। वायदे याद करवाउण लई जागना जमीर वल्लों नवजोत सिद्धू दा साड़िया पुतला। भारत पाक युद्ध दी विजय मशाल यात्रा दा कीता पठानकोट विच स्वागत। नवे बने मुख मंत्री चरणजीत चन्नी दा भी जगह जगह होण लगा विरोध, मुलाजमां ने खोलिया मोर्चा। खन्ना वासियों ने रेल गड्डियां दी 4 रूट बंद नूं मुड़ खोलण दी लगाई गुहार। पिंड टोड़ा विच पंथ रतन जथेदार गुरचरण सिंह टोड़ा दा मनाया गया जन्मदिन। बटाला विच पंचायती जमीन नूं लैके अनुसूचित जाति दे लोकां ते जिमीदारां ने कीता हमला। ਅਤੇ इलाज पक्षों मंजे ते तड़फ रहे गुरसिख ग्रंथी सिंह दी दर्द कहानी ते खास रिपोर्ट। ਹੁਣ ਖਬਰਾਂ ਵਿਸਥਾਰ ਨਾਲ। ਜਿੱਥੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਪ੍ਰਧਾਨ ਬਣਨ ਨੂੰ ਲੈ ਕੇ ਵਿਰੋਧੀਆਂ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਅਤੇ ਕਾਂਗਰਸ ਪਾਰਟੀ ਵਿੱਚ ਵੀ ਉਥਲ-ਪੁਥਲ ਹੋ ਰਹੀ ਹੈ, ਉੱਥੇ ਹੀ ਬਟਾਲਾ ਦੇ ਫੇਸਪੁਰਾ ਇਲਾਕੇ ਵਿੱਚ ਇੱਕ ਢਾਬਾ ਚਲਾ ਰਹੇ ਸਾਬਕਾ ਫੌਜੀ ਮੱਖਣ ਸਿੰਘ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨੂੰ ਲੈ ਕੇ ਇੱਕ ਵੱਖ ਢੰਗ ਨਾਲ ਖੁਸ਼ੀ ਮਨਾਈ ਜਾ ਰਹੀ ਹੈ। ਮੱਖਣ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਵੱਡੀ ਗੱਲ ਹੈ ਕਿ ਦਲਿਤ ਵਰਗ ਨੂੰ ਇੱਕ ਵੱਡੀ ਨੁਮਾਇੰਦਗੀ ਮਿਲੀ ਹੈ ਤੇ ਉਹਨਾਂ ਕਿਹਾ ਕਿ ਹੁਣ ਵੱਡੀ ਉਮੀਦ ਹੈ ਕਿ ਮੁੱਖ ਤੌਰ ਤੇ ਜੋ ਦਲਿਤ ਅਤੇ ਗਰੀਬ ਲੋਕਾਂ ਦੀਆਂ ਮੰਗਾਂ ਦੀ ਸੁਣਵਾਈ ਹੋਵੇਗੀ। ਕਾਰਨ ਇਹਦਾ ਕੋਈ ਨਹੀਂ ਹੈ ਜੀ, ਇਹ ਸਾਡੇ ਸੁਪਨੇ ਬੜੇ ਜਦੋਂ ਤੋਂ ਅਸੀਂ ਆਪਣੇ ਬਚਪਨ ਤੋਂ ਹੋਸ਼ ਸੰਭਾਲੀ ਆ, ਸਾਨੂੰ ਕੋਈ ਆਪਣੇ ਭਾਈਚਾਰੇ 'ਚ ਕੋਈ ਇੱਦਾਂ ਦਾ ਮੁੱਖ ਮੰਤਰੀ ਵੇਖਣ ਨੂੰ ਨਹੀਂ ਮਿਲਿਆ ਜਿੱਦਾਂ ਦਾ ਅੱਜ ਸਾਨੂੰ ਚੰਨੀ ਸਾਹਿਬ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਮਿਲੇ ਆ। ਹੁਣ 2-4 ਦਿਨਾਂ ਤੋਂ ਮੈਂ ਵੇਖਦਾ ਪਿਆ ਹਰੇਕ ਦੇ ਚਿਹਰੇ ਉੱਤੇ ਰੌਣਕ ਹੈ, ਉਹ ਚਿਹਰੇ 'ਤੇ ਹਾਸੇ ਝੱਲਦੇ ਪਏ ਆ। ਜਿਹੜੇ ਸਾਡੇ ਪੰਜਾਬ ਦੀ ਬਿਲਕੁਲ ਬੁਰਾ ਹਾਲ ਹੋ ਚੁੱਕਿਆ ਸੀ, ਉਹ ਅੱਜ ਹਰ ਇੱਕ ਚਿਹਰੇ 'ਤੇ ਮੈਨੂੰ ਰੌਣਕ ਨਜ਼ਰ ਆ ਰਹੀ ਆ। ਇੱਕ ਤਾਂ ਚੰਨੀ ਸਾਹਿਬ ਜੀ ਜਦੋਂ ਵੇਖ ਲੈਂਦੇ ਨੇ, ਇੱਕ ਤਾਂ ਚੰਨੀ ਸਾਹਿਬ ਜੀ ਜਦੋਂ ਆਪਣੀ ਸਿਕਿਉਰਿਟੀ ਨੂੰ ਕਹਿਤਾ ਕਿ ਮੈਨੂੰ ਤੁਸੀਂ ਪਿੱਛੇ ਰਹੋ ਔਰ ਮੈਨੂੰ ਆਮ ਜਨਤਾ ਵਿੱਚ ਘੁੰਮਣ ਦਿਓ। ਆਮ ਜਨਤਾ ਵਿੱਚ ਉਹ ਘੁੰਮਦੇ ਨੇ, ਉਹਨਾਂ ਦੀਆਂ ਗੱਲਾਂ ਪੁੱਛਦੇ ਨੇ ਅਤੇ ਇੰਨਾ ਮਨ ਨੂੰ ਖੁਸ਼ੀ ਹੁੰਦੀ ਆ ਕਿ ਇਹ ਸਾਨੂੰ ਅੱਜ ਤੋਂ ਪਹਿਲਾਂ ਕਿਉਂ ਨਹੀਂ ਮਿਲਿਆ। ਅਤੇ ਇਸ ਕਰਕੇ ਅਸੀਂ ਇਹਨਾਂ ਅੱਗੇ ਇਹੋ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਕ ਲੋਕਾਂ ਨੂੰ ਦਾਲ ਸਕੀਮ ਆਟੇ ਤੋਂ ਉੱਤੇ ਉੱਠ ਕੇ ਸਟੱਡੀ ਵਧੀਆ, ਉਹਨਾਂ ਦੀ ਸਕੂਲ ਗਰੀਬ ਦੇ ਬੱਚਿਆਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ। ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਸੁਪਨਾ ਸੀ ਕਿ ਮੈਂ ਹਰੇਕ ਬੰਦੇ ਨੂੰ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਬਣਾ ਸਕਾਂ, ਉੱਦਾਂ ਦਾ ਤੁਹਾਨੂੰ ਮੌਕਾ ਮਿਲਿਆ ਜੇ, ਉਹ ਮੌਕੇ ਨੂੰ ਗਵਾਇਓ ਨਾ, ਹਰੇਕ ਦੀ ਹੈਲਪ ਕਰੋ। ਸਰ ਅੱਜ ਦਾ ਪ੍ਰੋਗਰਾਮ ਇਹੋ ਹੀ ਵੀ ਇਹਨਾਂ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਆਪਾਂ ਇੱਕ ਦਿਨ ਦੀ ਰੋਟੀ ਫ੍ਰੀ ਕਰਤੀ ਆ। ਇਹੋ ਕੁਝ ਹੋ ਸਕਦਾ ਸੀ ਸਾਡੇ ਕੋਲ, ਜਿੰਨੀ ਕੁ ਕਾਬਲੀਅਤ ਸੀ ਉਨੀ ਕੁ ਆਪਾਂ ਚਲੋ ਕੀਤੀ ਆ। ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰੇ ਨਾਲ ਸਾਰੇ ਹੀ ਸਾਥੀ ਆਏ ਨੇ ਇਸ ਮੌਕੇ। ਬਾਕੀ ਤੁਸੀਂ ਸਾਥੀਆਂ ਕੋਲੋਂ ਪੁੱਛ ਸਕਦੇ ਹੋ ਜੀ। ਧੰਨਵਾਦ। ਇਲਾਜ ਦੁੱਖੋਂ ਮੰਜੇ ਤੇ ਤੜਫ ਰਹੇ ਗ੍ਰੰਥੀ ਸਿੰਘ ਨੇ ਅਤੇ ਉਸਦੇ ਪਰਿਵਾਰ ਨੇ ਰੋ ਰੋ ਕੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਐਕਸੀਡੈਂਟ ਦੌਰਾਨ ਧੌਣ ਦੇ ਮਣਕਿਆਂ ਦੇ ਗੰਭੀਰ ਸੱਟ ਲੱਗਣ ਕਾਰਨ ਉਹ ਇਲਾਜ ਲਈ ਮਦਦ ਦੀ ਅਪੀਲ ਕਰ ਰਿਹਾ ਹੈ। ਉਸਨੇ ਕਿਹਾ ਹੈ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੇਰਾ ਇਲਾਜ ਹੀ ਕਰਵਾ ਦਿਓ। ਜ਼ਿਲ੍ਹਾ ਤਰਨਤਾਰਨ ਦੇ ਘਰਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਠੱਠਾ ਦੇ ਗ੍ਰੰਥੀ ਸਿੰਘ ਬਾਬਾ ਮਨਾਰ ਸਿੰਘ ਉਰਫ ਮਾਨੀ ਨੇ ਰੋ ਰੋ ਕੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਹੈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਉਹ ਲਾਗੇ ਰਹਿੰਦੇ ਪਿੰਡਾਂ ਵਿੱਚ ਪਾਠ ਕਰਕੇ ਹੀ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਿਹਾ ਸੀ। ਬੀਤੇ ਕੁਝ ਦਿਨ ਪਹਿਲਾਂ ਉਹ ਪਾਠ ਕਰਕੇ ਘਰਿਆਲਾ ਵਿਖੇ ਸਬਜ਼ੀ ਲੈਣ ਲਈ ਜਾ ਰਿਹਾ ਸੀ। ਜਦੋਂ ਪੈਟਰੋਲ ਪੰਪ ਤੇ ਨਜ਼ਦੀਕ ਪਹੁੰਚਿਆ ਤਾਂ ਅਗਲੀ ਸਾਈਡ ਤੋਂ ਆ ਰਹੀ ਇੱਕ ਕਾਰ ਨੇ ਅੱਗੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦਾ ਧੌਣ ਦਾ ਮਣਕਾ ਕਰੈਕ ਹੋ ਗਿਆ। ਡਾਕਟਰਾਂ ਨੇ ਉਸ ਨੂੰ 1.5 ਲੱਖ ਰੁਪਏ ਦੀ ਮੰਗ ਕੀਤੀ ਹੈ ਇਲਾਜ ਲਈ, ਪਰ ਉਸ ਕੋਲ 1.5 ਲੱਖ ਰੁਪਏ ਨਹੀਂ ਹਨ। ਪੀੜਿਤ ਗ੍ਰੰਥੀ ਅਤੇ ਉਸਦੇ ਪਰਿਵਾਰ ਨੇ ਸਮਾਜ ਸੇਵੀਆਂ ਤੇ ਸ਼੍ਰੋਮਣੀ ਕਮੇਟੀ ਤੇ ਇਹ ਪਰਿਵਾਰ ਤੋਂ ਵਕਤ ਦੀ ਰੋਟੀ ਤੋਂ ਵੀ ਅਤਾਰ ਸੀ ਅਤੇ ਇਸ ਪਰਿਵਾਰ ਵਿੱਚ ਐਸਾ ਦੁੱਖਾਂ ਦਾ ਪਹਾੜ ਟੁੱਟ ਗਿਆ ਕਿ ਇਸ ਐਕਸੀਡੈਂਟ ਨੇ ਉਸ ਦਾ ਸਾਰਾ ਕੁਝ ਹੀ ਹਿਲਾ ਕੇ ਰੱਖ ਦਿੱਤਾ ਅਤੇ ਇਸ ਪਰਿਵਾਰ ਦੀ ਜ਼ਰੂਰ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤੇ ਇਸ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਇਹ ਪਰਿਵਾਰ ਫਿਰ ਤੋਂ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕੇ। ਕੀ ਨਾਮ ਭਾਈ ਤੁਹਾਡਾ? ਮਹਾਰ ਸਿੰਘ। ਕੀ ਗੱਲ ਹੋਈ ਹੈ ਜੀ ਤੈਨੂੰ?
मैं बाबे जी की ड्यूटी पाठ तो ला गया, मुड़ के चले गया मैं करियाले में सब्जी लाया। ਗ੍ਰੰਥੀ ਸਿੰਘ ਤੁਸੀਂ हाँ जी, ਕਿੱਥੇ ਕਿਹੜੇ ਪਿੰਡ? ठट्ठे पिंड तो ਅੱਛਾ ਕੀ ਗੱਲ ਹੋਈ ਹੈ? मैं सब्जी लाना ते गया तो जो पेट्रोल पंप नवा लगा घड़ी करियाले, उत्थों वर्मा गड्डी निकली हो पास, उन्हें सीधी मारी लग गाड़ी, उन्हें किसान वाला झंडा लगा। ते मेरी तो बेनती मातड़ बंदा मेरा इलाज करा दे, जितना इलाज हो सकता मेरा इलाज करा दे। इलाज इन्ना महंगा मैं तो पाए ही नहीं है, करूँ महंगी। मैं तो बेनती करता हर कि जो मेरा भरा इलाज करा दे, मेरा ਉਹਦਾ ਧੰਨਵਾਦ ਕरूँ मैं, ਹੋਰ नहीं कुछ कर सकता। ਧੰਨਵਾਦ करूँ मैं, इलाज मेरा करा दूँ कोई। ਕਿੱਥੇ ਲੱਗੀ ਸੱਟ? ਕਿੱਥੇ ਲੱਗੀ? मेरी सੱਟ ਤਾਂ ਹੁੰਦੇ ਆ ਮਣਕਣਿਆਂ ਤੇ ਲੱਗੀ? ਹਾਂਜੀ, ਬਾਂਹ ਹੀ ਨਹੀਂ ਮੇਰੀਆਂ ਦੋਵੇਂ ਕੰਮ ਕਰਦੀ। ਕਿੰਨੇ ਪੈਸੇ ਮੰਗਦੇ ਡਾਕਟਰ? ਇਹ 1.5 ਲੱਖ ਰੁਪਏ ਆਉਂਦੇ ਆ ਤੇ ਹੈਗੇ ਨਹੀਂ ਪੈਸੇ ਇੰਨੇ ਕੋਲ? ਮੇਰੇ ਕੋਲ ਤਾਂ 5-7 ਹਜ਼ਾਰ ਰੁਪਏ ਜਿਹੜਾ ਗਿਆ ਲਾ ਲਿਆ, ਮੇਰੇ ਕੋਲ ਤਾਂ ਪੈਸੇ ਨਹੀਂ ਆ ਕੋਈ। ਮੰਗ ਕੇ ਲਾਉਣੇ ਮੈਂ ਜਿੱਥੋਂ ਲਾਉਣੇ ਕਿਸੇ ਤੋਂ ਲੈਣੇ ਮੰਗਣੇ ਆ, ਭਾਵੇਂ ਸੜਕ 'ਤੇ ਬਹਿ ਕੇ ਮੰਗ ਲਾਵਾਂ, ਭਾਵੇਂ ਉਸ ਤਰ੍ਹਾਂ ਮੈਨੂੰ ਮਿਲ ਜਾਣ, ਕੋਈ ਦੇ ਦੇ, ਕੋਈ ਦਾਨੀ ਸੱਜਣ ਹੋਵੇ ਤੇ ਮੇਰੇ ਕੋਲ ਪੈਸਾ ਨਹੀਂ ਕੋਈ ਹੋਵੇਗਾ। ਕੀ ਨਾ ਭੈਣ ਜੀ ਤੁਹਾਡਾ? ਪਰਮਜੀਤ, ਇਹ ਜਿਹੜੇ ਸੱਟ ਜਿੰਨਾਂ ਲੱਗੀ ਕੀ ਲੱਗਦੇ ਤੁਹਾਡੇ? ਇਹ ਮੇਰਾ ਘਰ ਵਾਲਾ, ਕੀ ਕੰਮ ਕਰਦੇ? ਇਹ ਗ੍ਰੰਥੀ ਸਾਹਿਬ ਹੈ ਕਿੱਥੇ? ਬਾਬੇ ਸ਼ਹੀਦਾਂ ਦਾ, ਤੇ ਇਹ ਪਾਠ ਕਰਦੇ ਆ ਨਾਲੇ। ਤੇ ਇਹ ਘਰਿਆਲੇ ਗਏ, ਸਬਜ਼ੀ ਲੈਣ ਗਏ ਸੀ, ਤੇ ਮੈਂ ਗੱਡੀ ਆਈ ਬਲਟੋਏ ਲਾਉਣ, ਉਹਨੇ ਸਾਈਡ ਮਾਰ ਕੇ ਸੁੱਟ ਗਈ। ਕਿੱਥੇ ਲੱਗੀ ਸੱਟ? ਧੌਣ ਤੇ ਲੱਗੀ, ਮਣਕਿਆਂ ਨੂੰ ਕਹਿੰਦੇ ਵੀ ਦਬਾਅ ਉਹਨਾਂ ਦਾ ਕਰੈਕ ਹੋ ਗਿਆ ਤੇ ਬਾਹਾਂ ਨਹੀਂ ਕੰਮ ਕਰਦੀਆਂ ਦੋ। ਸਾਈ ਹੋਰ ਨਹੀਂ ਕੁਝ ਕਹਿੰਦੇ, ਇਹ ਕਹਿੰਦੇ ਬਸ ਸਾਡਾ ਇਲਾਜ, ਹੋਰ ਨਹੀਂ ਕੋਈ ਮੰਗਦੇ। ਤੇ ਕਿੰਨਾ ਪੈਸਾ ਮੰਗਦੇ ਡਾਕਟਰ? 1.5 ਲੱਖ ਰੁਪਇਆ ਮੰਗਦੇ ਪਏ, ਤੇ ਕਹਿੰਦੇ ਰੋਜ਼ ਦਾ ਇੱਥੇ 9,000 ਰੁਪਇਆ ਜਾਂ 10,000 ਰੁਪਇਆ ਰੋਜ਼ ਦਾ ਖਰਚਾ। ਪੈਸਾ ਅਸੀਂ ਗਰੀਬ ਆਦਮੀ ਕਿੱਥੋਂ ਦੇਈਏ? ਪੈਸਾ ਹੈ ਨਹੀਂ ਕੋਲ? ਨਹੀਂ ਵੀਰ, ਕੀ ਮੰਗ ਕੀ ਕਰਦੇ? ਅਸੀਂ ਕਹਿੰਦੇ ਵੀ ਸਾਨੂੰ ਹੋਰ ਕੋਈ ਨਹੀਂ, ਸਾਨੂੰ ਇਹ ਚਾਹੀਦਾ ਵੀ ਇਹ ਠੀਕ ਕਰਾ ਦਿਓ ਵੀ ਜਿਵੇਂ ਮਰ। ਗ੍ਰੰਥੀ ਸਿੰਘ? ਹਾਂਜੀ। ਕੀ ਨਾ ਭਾਈ ਤੁਹਾਡਾ? ਨਿੰਦਰ ਸਿੰਘ ਜੀ, ਇਹ ਜਿਹੜੇ ਸੱਟ ਲੱਗੀ ਕੀ ਲੱਗਦੇ ਤੁਹਾਡੇ? ਸੰਧੂ ਸਾਹਿਬ ਹੈ ਜੀ। ਕੀ ਗੱਲ ਹੋਈ ਹੈ ਤੁਹਾਨੂੰ? ਇਹ ਜੀ ਪਾਠ ਕਰਦੇ ਸੀ ਬਾਬੇ ਸ਼ਹੀਦਾਂ ਦੇ ਜੀ, ਤੇ ਘਰੋਂ ਸਬਜ਼ੀ ਲੈਣ ਗਏ ਆ ਜੀ, ਤੇ ਰਾਹ ਦੇ ਵਿੱਚ ਜਦੋਂ ਗਏ ਨੇ ਰਾਹ 'ਚ ਟੱਕਰ ਵੱਜੀ ਗੱਡੀ ਦੀ, ਤੇ ਇਹਨਾਂ ਦੇ ਹੁਣ ਜਿਹੜੇ ਸਰੀਰ ਦੇ ਮਣਕੇ ਨੇ ਲੱਕ ਦੇ, ਉਹਨਾਂ ਦੇ ਦਬਾਅ ਆ ਗਿਆ ਜੀ। ਹੁਣ ਡਾਕਟਰ 1.5 ਲੱਖ ਰੁਪਈਆ ਮੰਗਦੇ ਆ, ਗਰੀਬ ਆਦਮੀ ਜੀ ਕਿੱਥੋਂ 1.5 ਲੱਖ ਰੁਪਈਆ ਦੇ ਦੇ ਜੀ। ਸਾਡੀ ਇਹੋ ਹੀ ਮੰਗ ਹੈ ਵੀ ਇਹਨਾਂ ਨੂੰ ਜੋ ਵੀ ਇਹ ਆਪਣੀ ਸੁਣਮੀ ਕਮੇਟੀ ਨੂੰ ਵੀ ਸਾਰਿਆਂ ਨੂੰ ਵੀ ਇਹਨੂੰ ਵਿਚਾਰੇ ਨੂੰ ਮਦਦ ਦਿੱਤੀ ਜਾਵੇ, ਜਿੱਥੋਂ ਤੱਕ ਵੀ ਪਹੁੰਚਦੀ ਆਵਾਜ਼ ਜੀ, ਇਲਾਜ ਕਰਾਇਆ? ਤੇ ਇਲਾਜ ਕਰਾਇਆ ਜਾਵੇ। ਗਰੀਬ ਆਦਮੀ ਇੱਕ ਇਲਾਜ ਕਿਉਂ ਜਾਣ ਡਿਆ ਜੀ। ਕੀ ਕੰਮ ਕੀ ਕਰਦੇ ਆ? ਇਹ ਕੰਮ ਜੀ ਉਹ ਬਸ ਗੁਰੂ ਦੀ ਸੇਵਾ ਹੀ ਕਰਦੇ ਸੀ ਜੀ। ਗ੍ਰੰਥੀ ਸਿੰਘ? ਹਾਂਜੀ, ਬਸ ਇਹਨਾਂ ਕੋਲ ਹੋਰ ਕੋਈ ਕਾਰਨ ਨਹੀਂ ਹੈਗਾ ਜੀ। ਕਿਹੜੇ ਪਿੰਡ ਗ੍ਰੰਥੀ ਜੀ? ਇਹ ਗ੍ਰੰਥੀ ਠੱਠੇ ਘਰਿਆਲੇ ਤੋਂ ਜੀ। ਠੱਠੇ ਪਿੰਡ ਤੇ? ਹਾਂਜੀ। ਝੋਨੇ ਦੀ ਕਟਾਈ ਕਰਦੇ ਸਮੇਂ ਖੇਤਾਂ ਵਿੱਚ ਰਹਿੰਦ ਖੂੰਹਦ ਚੁੱਕਣ ਵਾਲੇ ਪ੍ਰਵਾਸੀ ਮਜ਼ਦੂਰ ਦੂਸਰੇ ਰਾਜਾਂ ਵਿੱਚੋਂ ਆ ਕੇ ਆਪਣਾ ਪਰਿਵਾਰ ਪਾਲਦੇ ਹੋਏ ਜੋ ਪ੍ਰਵਾਸੀ ਮਜ਼ਦੂਰ ਪਿੰਡ ਸ਼ੇਖਫਤਾ ਨਹਿਰਾ ਕੋਲ ਝੁੰਗੀਆਂ ਚੋਪੜੀਆਂ ਵਿੱਚ ਰਾਤ ਸਮੇਂ ਰਹਿੰਦੇ ਸਨ, ਬੀਤੀ ਦੇਰ ਸ਼ਾਮ ਨੂੰ ਖੇਤਾਂ ਵਿੱਚੋਂ ਝੋਨੇ ਦੀ ਰਹਿੰਦ ਖੂੰਹਦ ਚੁੱਕ ਕੇ ਵਾਪਸ ਆਉਂਦੇ ਸੜਕ ਉੱਪਰ ਪੈਂਦੇ ਆ ਰਹੇ ਸੀ। ਪਿੱਛੋਂ ਸਾਬਕਾ ਫੌਜੀ ਸਰਬਜੀਤ ਸਿੰਘ ਵਾਸੀ ਤਖਤੂਬ ਚੱਕ ਸਾਈਕਲ ਸਵਾਰ ਹੋ ਕੇ ਵਾਪਸ ਪਿੰਡ ਵੱਲ ਜਾ ਰਹੇ ਸੀ ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੜਕ ਉੱਪਰ ਜ਼ਿਆਦਾ ਭੀੜ ਹੋਣ ਕਾਰਨ ਫੌਜੀ ਨੇ ਪ੍ਰਵਾਸੀ ਮਜ਼ਦੂਰ ਮਹੇਸ਼ ਰਾਮ ਦੇ ਸਿਰ ਵਿੱਚ ਡੰਡਾ ਮਾਰ ਦਿੱਤਾ। ਕੁਝ ਸਮਾਂ ਝੁੱਗੀਆਂ ਝੋਂਪੜੀਆਂ ਰਾਤ डंडा दी सट ना सहारते हुए उसकी मौत हो गई। गर्जन नाम है, हम लोग आए हैं बिहार से, करहगर थाना पोस्ट धनेज जिला ससरा रोहतास। हम लोग यहाँ पाते हैं गाड़ी जो जीरी कटता है उसके इकट्ठा कर कर हम लोग बटोर कर अपना बनाकर बेचता है। ये क्या बात हुई कल? गरीब बंदा है, यहाँ पर कमाने खाने आते हैं, देखते हैं सरदार यहाँ के, यानी कि कभी मार देता है, कभी क्या करते हैं। नहीं, जो महेश है, जो क्या तुम्हारा क्या लगता है जिसकी मौत? जीजा लगता है वो। क्या बात हुई सर? उस गया मांगने के लिए, भीख मांगने के लिए उस शेखपति बाबा के पास इस एक पिंड है, उस पिंड में सरदार लोग उसके मार के विदिन कर दिया। आया शाम के घर पर मर गया। क्या मांग करते हो आप? वो आटा मांगती है, आटा खाने के लिए। आप इंसाफ क्या मांगते हो? हम लोग के क्या चाहिए, हम लोग के पैसा चाहिए, सरकार की ओर से कुछ योजना चाहिए।
ਪਿਆਰ ਮੁਹੱਬਤ ਤਾਂ ਲੜਕੇ ਲੜਕੀਆਂ ਦੇ ਚਾਵਾਂ ਨਾਲ ਕਰ ਲੈਂਦੇ ਹਨ, ਪਰ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦਾ ਪਿਆਰ ਨਪੇਰੇ ਚੜ੍ਹਦਾ ਹੈ। ਅਜਿਹਾ ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਦਨਵਾਲ ਤੋਂ ਸਾਹਮਣੇ ਆਇਆ, ਜਿੱਥੋਂ ਦੀ ਰਹਿਣ ਵਾਲੀ ਸੀਮਾ ਪੁੱਤਰੀ ਪੱਪੂ ਰਾਮ, ਜਿਸ ਦੇ ਪਹਿਲਾਂ ਵੀ 2 ਤਲਾਕ ਹੋ ਚੁੱਕੇ ਸਨ ਅਤੇ ਜੋ ਕਿ ਮਹਿਤਾ ਵਿਖੇ ਇੱਕੋ ਹੀ ਸਲੂਨ ਉੱਤੇ ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਅਮੋ ਨੰਗਲ ਨਾਲ ਕੰਮ ਕਰਦੀ ਸੀ ਅਤੇ ਲੜਕੇ ਗੁਰਪ੍ਰੀਤ ਸਿੰਘ ਦੇ ਬਾਰ-ਬਾਰ ਕਹਿਣ ਤੇ ਧਮਕੀਆਂ ਲਾਉਣ ਤੇ ਉਸ ਨੂੰ ਗੁਰਪ੍ਰੀਤ ਨਾਲ ਵਿਆਹ ਕਰਵਾਉਣਾ ਪਿਆ। ਪਰ ਹੁਣ ਲੜਕੇ ਨੇ 1.5 ਸਾਲ ਆਪਣੇ ਕੋਲ ਰੱਖ ਕੇ ਉਸ ਨੂੰ ਛੱਡ ਦਿੱਤਾ ਹੈ, ਜਿਸ ਦੇ ਚੱਲਦੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮੇਰਾ ਨਾਮ ਸੀਮਾ, ਮੈਂ ਉਦਨਵਾਲ ਦੀ ਰਹਿਣ ਵਾਲੀ ਹਾਂ ਤੇ ਮਤਲਬ ਕਿ ਮੈਂ ਤੇ ਚੌਂਕ ਦੇ ਵਿੱਚ ਜੌਬ ਕਰਦੀ ਸੀਗੀ। ਉੱਥੇ ਮੇਰੇ ਹਸਬੈਂਡ ਵੀ ਗੁਰਪ੍ਰੀਤ ਸਿੰਘ, ਉਹ ਵੀ ਜੌਬ ਕਰਦੇ ਹੁੰਦੇ ਸੀਗੇ ਤੇ ਆਪਾਂ ਇਕੱਠੇ ਜੌਬ ਕਰਦੇ ਸੀ। ਉਹਨੇ ਮਤਲਬ ਕਿ ਮੈਨੂੰ ਬੋਲਿਆ ਕਿ ਮੈਂ ਤੇਰੇ ਨਾਲ ਮੈਰਿਜ ਕਰਵਾਉਣਾ ਚਾਹੁੰਦਾ ਵਾਂ। 6-7 ਮੰਥ ਮੇਰੇ ਪਿੱਛੇ ਲੱਗਾ ਰਿਹਾ। ਮੈਂ ਉਹਨੂੰ ਬੋਲਿਆ ਕਿ ਨਹੀਂ, ਮੈਂ ਤੇਰੇ ਨਾਲ ਮੈਰਿਜ ਨਹੀਂ ਕਰਵਾ ਸਕਦੀ, ਮੇਰੀ 2 ਵਾਰ ਮੈਰਿਜ ਹੋਈ ਆ। ਉਹਨੇ ਮੈਨੂੰ ਪੁੱਛਿਆ ਕਿ ਤੇਰਾ ਮਤਲਬ ਕਿ 2 ਵਾਰ ਡਿਵੋਰਸ ਕਿਉਂ ਹੋਇਆ ਵਾ। ਮੈਂ ਉਹਨੂੰ ਸਾਰੀ ਗੱਲ ਆਪਣੀ ਦੱਸੀ ਕਿ ਮਤਲਬ ਕਿ ਇੱਕ ਮੁੰਡਾ ਸ਼ੁਦਾਈ ਸੀਗਾ ਤੇ ਇੱਕ ਮਤਲਬ ਕਿ ਮੇਰੀ ਸੱਸ ਨਹੀਂ ਮੈਨੂੰ ਰੱਖਣਾ ਚਾਹੁੰਦੀ। ਤੇ ਬਾਅਦ ਵਿੱਚ ਉਹ ਮੁੰਡਿਆ ਮੈਨੂੰ ਕਹਿੰਦਾ ਕਿ ਨਹੀਂ, ਮੈਂ ਤੇਰੇ ਨਾਲ ਮੈਰਿਜ ਹੀ ਕਰਵਾਉਣੀ ਆ, ਚਲੋ ਮੈਂ ਆਪਣੇ ਘਰੇ ਗੱਲ ਕਰਾਂਗਾ। ਉਹਨੇ ਆਪਣੇ ਘਰੇ ਗੱਲ ਕੀਤੀ, ਉਹਦੇ ਘਰ ਦੇ ਨਹੀਂ ਸੀ ਮੰਨਦੇ। ਨਹੀਂ ਮੰਨੇ ਤਾਂ ਫਿਰ ਜਦੋਂ ਮਤਲਬ ਕਿ ਮੈਂ ਉਹਨੂੰ ਕਿਹਾ ਕਿ ਪ੍ਰੀਤ, ਜੇ ਤੇਰੇ ਘਰ ਦੇ ਨਹੀਂ ਮੰਨਣ ਦੇ, ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ। ਉਹ ਮੁੰਡੇ ਨੇ ਮੈਨੂੰ ਮਰਨ ਦੀਆਂ ਧਮਕੀਆਂ ਦਿੱਤੀਆਂ ਕਿ ਜੇ ਤੂੰ ਮਤਲਬ ਕਿ ਮੇਰੇ ਨਾਲ ਵਿਆਹ ਨਾ ਕਰਵਾਇਆ ਤੇ ਮੈਂ ਮਰ ਕੇ ਤੇਰੇ ਸਿਰ ਚੜ੍ਹ ਕੇ ਤੇ ਮਰ ਜਾਣਾ ਵਾ। ਤੇ ਮੈਂ ਉਹ ਮੁੰਡੇ ਨੂੰ ਕਿਹਾ ਕਿ ਨਹੀਂ ਗੋਪੀ, ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ। ਉਹ ਬੰਦੇ ਨੇ ਧੱਕੇ ਨਾਲ ਹੀ ਪਹਿਲਾਂ ਮੇਰੇ ਨਾਲ ਵਿਆਹ ਕਰਵਾਇਆ ਵਾ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ। ਮੈਰਿਜ ਕਰਵਾਉਣ ਤੋਂ ਬਾਅਦ ਵਿੱਚ ਮੇਰੇ ਨਾਲ 1.5 ਸਾਲ ਰਿਹਾ ਵਾ। 1.5 ਸਾਲ ਜਦੋਂ ਮੇਰੇ ਨਾਲ ਰਿਹਾ ਵਾ, ਚਲੋ ਆਪਾਂ 2 ਜਗ੍ਹਾ ਸਲੂਨ ਪਾਇਆ ਸੀਗਾ, ਉਹ ਵੀ ਮਤਲਬ ਕਿ ਕਹਿੰਦਾ ਕਿ ਨਹੀਂ ਆਪਾਂ ਨਹੀਂ ਚਲਾਉਣਾ। ਉਹਨੇ ਵੇਚ ਵੱਟ ਕੇ ਮੈਨੂੰ ਪੈਸੇ ਸਾਰੇ ਖਾ ਲਏ। ਤੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਮਤਲਬ ਕਿ ਮੈਂ ਉਹਨੂੰ ਫਿਰ ਮੈਂ ਕਿਹਾ ਪ੍ਰੀਤ ਹੁਣ ਕੀ ਕਰਨਾ ਵਾ। ਫਿਰ ਉਹਨੇ ਮੈਨੂੰ ਬੋਲਿਆ ਕਿ ਸੀਮਾ ਹੁਣ ਤੂੰ ਮਤਲਬ ਕਿ ਬਾਹਰ ਦਾ ਕੰਮ ਬਣਾ। ਜਦੋਂ ਮਤਲਬ ਕਿ ਉਹਨੇ ਫਿਰ ਆਂਟੀ ਸੀਗੀ ਮੇਰੀ ਮੇਰੀ ਫਰੈਂਡ ਸੀ, ਉਹਨਾਂ ਦੀ ਬੇਟੀ ਮੇਰੇ ਨਾਲ ਬਿਲਕੁਲ ਸਲੂਨ ਦੇ ਵਿੱਚ ਕੰਮ ਕਰਦੀ ਰਹੀ। ਉਹਨਾਂ ਨੂੰ ਕਹਿੰਦਾ ਕਿ ਆਂਟੀ ਮੈਂ ਤੇਰਾ ਪੁੱਤ ਵਾਂ, ਮੇਰੇ ਮਾਂ ਪਿਓ ਨੇ ਮੈਨੂੰ ਘਰੋਂ ਧੱਕਾ ਮਾਰਿਆ ਵਾ ਤੇ ਤੂੰ ਮੇਰਾ ਬਾਹਰ ਦਾ ਕੰਮ ਬਣਾ। ਉਹ ਆਂਟੀ ਨੇ ਕਿਹਾ ਕਿ ਮਤਲਬ ਕਿ ਮੈਂ ਤੇਰਾ ਬਾਹਰ ਦਾ ਕੰਮ ਨਹੀਂ ਬਣਾ ਸਕਦੀ ਗੋਪੀ, ਜੇ ਜਾਣਾ ਵਾ ਤੇ ਪਹਿਲਾਂ ਤੂੰ ਜਾਣਾ ਵਾ। ਉਹ ਕਹਿੰਦਾ ਕਿ ਨਹੀਂ, ਮੈਂ ਮਤਲਬ ਕਿ ਮੇਰੀ ਸਹੁਰੇ ਪਰਿਵਾਰ ਦੇ ਵਿੱਚ ਨਾ ਮੈਂ ਆਪਣੇ ਉੱਥੇ ਸਿਮਰਨ ਨੂੰ ਨਹੀਂ ਛੱਡ ਕੇ ਜਾ ਸਕਦਾ, ਪਹਿਲਾਂ ਤੁਸੀਂ ਸਿਮਰਨ ਨੂੰ ਭੇਜੋ। ਤੇ ਚਲੋ ਜਦੋਂ ਮਤਲਬ ਮੇਰਾ ਵੀਜ਼ਾ ਆਇਆ, ਫਿਰ ਉਹਨੇ ਕਿਹਾ ਵੀ ਚਲੋ ਠੀਕ ਆ, ਆਪਾਂ ਦੋਵੇਂ ਇਕੱਠੇ ਸਹਿਮਤੀ ਨਾਲ ਹਸਬੈਂਡ ਵਾਈਫ ਘਰ ਬਣਾਵਾਂਗੇ। ਤੇ ਫਿਰ ਉਸ ਤੋਂ ਬਾਅਦ ਵਿੱਚ ਉਹਦੀ ਮੰਮਾ ਦਾ ਫੋਨ ਆਇਆ, ਮਤਲਬ 24 ਤਰੀਕ ਉਹਦੀ ਮੰਮੀ ਦਾ ਫੋਨ ਆਇਆ, ਕਹਿੰਦੀ ਕਿ ਮਤਲਬ ਕਿ ਤੇਰਾ ਡੈਡੀ ਬਹੁਤ ਜ਼ਿਆਦਾ ਬਿਮਾਰ ਵਾ ਤੇ ਤੂੰ ਨਾ ਮੁੰਡੇ ਨੂੰ ਘਰੇ ਭੇਜ। ਮੈਂ ਆਪਣੀ ਸਾਸੂ ਮਾਂ ਨੂੰ ਕਿਹਾ ਕਿ ਮੰਮਾ ਕੋਈ ਗੱਲ ਨਹੀਂ, ਜੇ ਸਾਡੇ ਕੋਲ ਗਲਤੀ ਹੋ ਗਈ ਆ ਤਾਂ ਮੈਂ ਤੁਹਾਡੇ ਕੋਲ ਪੈਰੀ ਪੈ ਕੇ ਆ ਕੇ ਮਾफ़ੀ ਮੰਗ ਲੂੰਗੀ, ਤੁਸੀਂ ਮੈਨੂੰ ਵੀ ਆਪਣੇ ਘਰੇ ਸੱਦੋ। ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ, ਮੈਂ ਤੈਨੂੰ ਨਹੀਂ ਉਹ ਵਾੜਨਾ, ਮੇਰਾ ਮੁੰਡਾ 10 ਮਿੰਟ ਵਾਸਤੇ ਭੇਜ। ਤੇ ਜਦੋਂ ਫਿਰ ਮੈਂ ਸੋਚਿਆ ਕਿ ਚਲੋ ਮਤਲਬ ਕਿ ਭੇਜ ਦਿੰਨੀ ਆ। ਜਦ ਬ੍ਰਦਰ ਨਾਲ ਵੀ ਗੱਲ ਹੋਈ, ਉਹਨੂੰ ਵੀ ਇਹੀ ਗੱਲ ਕਹੀ ਵੀ ਮਤਲਬ ਕਿ ਇਹਦੇ ਡੈਡੀ ਨਹੀਂ ਠੀਕ ਹੈਗੇ ਗੋਪੀ ਦੇ, ਇਹਨਾਂ ਨੂੰ ਭੇਜੋ। ਤੇ ਜਦੋਂ ਮੈਂ ਉਹਨੂੰ ਭੇਜਿਆ ਤੇ ਫਿਰ ਉਸ ਤੋਂ ਅਗਲੇ ਦਿਨ ਮੈਂ ਕਾਲ ਕੀਤੀ ਆਪਣੀ ਸੱਸ ਨੂੰ। ਮੈਂ ਕਿਹਾ ਮੰਮੀ ਜੀ, ਮੈਂ ਕਿਹਾ ਗੋਪੀ ਨੂੰ ਘਰੇ ਭੇਜ ਦਿਓ, ਆਪਾਂ ਕਿਤੇ ਕੰਮ ਤੇ ਜਾਣਾ ਵਾ, ਇਹਨੇ ਸਾਈ ਫੜੀ ਆ, ਉਹ ਫੋਨ ਕਰਦੇ ਪਏ ਮੈਨੂੰ। ਤੇ ਮੇਰੀ ਸੱਸ ਨੇ ਮੈਨੂੰ ਗਾੜੀਆਂ ਕਿਹਾ ਕਿ ਨਹੀਂ, ਮਤਲਬ ਕਿ ਗੋਪੀ ਇੱਥੇ ਨਹੀਂ ਆਇਆ, ਪਰ ਮੁੰਡਾ ਉਹਨਾਂ ਦੇ ਕੋਲ ਸੀਗਾ। ਫਿਰ ਮੈਂ ਮਤਲਬ ਕਿ ਉੱਥੇ ਫੋਨ ਕਰਕੇ ਪੁੱਛਦੀ ਰਹੀ। ਜਦੋਂ ਪੁੱਛਿਆ ਤਾਂ ਉਹ ਕਹਿੰਦੇ ਹਾਂ ਵੀ ਗੋਪੀ ਇੱਥੇ ਆਇਆ ਸੀਗਾ। ਉਸ ਤੋਂ ਦੂਜੇ ਦਿਨ ਮੈਂ ਰੋਂਦੀ ਪਿੱਟਦੀ ਰਹੀ ਕਿ ਮੇਰਾ ਪ੍ਰੀਤ ਕਿੱਥੇ ਆ। ਤੇ ਉਹਨਾਂ ਨੇ ਬਾਅਦ ਵਿੱਚ ਮੈਨੂੰ ਫਿਰ ਮੈਂ ਦਰਖਾਸਤ ਦਿੱਤੀ, ਦਰਖਾਸਤ ਦੇ ਕੇ ਉਹਨਾਂ ਨੂੰ ਸੱਦਿਆ। ਉਹਨਾਂ ਨੇ 3-4 ਤਰੀਕਾਂ ਤੇ ਗੁਰਪ੍ਰੀਤ ਨੂੰ ਨਹੀਂ ਪੇਸ਼ ਕਰਵਾਇਆ। ਉਹਨਾਂ ਨੇ ਜਦੋਂ ਉਹਨਾਂ ਨੇ ਪੇਸ਼ ਨਹੀਂ ਕਰਵਾਇਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੇ ਮਤਲਬ ਮੁੰਡਾ ਤੁਹਾਡੇ ਕੋਲ, ਮੈਂ ਉਹਨਾਂ ਦੇ ਗਾੜੀ ਕਾਫੀ ਫਿਰ ਰੋਈ ਪਿੱਟੀ ਥਾਣੇ ਦੇ ਬਾਹਰ ਵੀ ਤੁਸੀਂ ਮੇਰੇ ਹਸਬੈਂਡ ਤੁਹਾਡੇ ਕੋਲ ਵਾ, ਮੈਨੂੰ ਨਹੀਂ ਪਤਾ ਤੁਸੀਂ ਮਾਰ ਕੇ ਰੱਖਿਆ ਕਿ ਉਹਨੂੰ ਕੁੱਟ ਕੇ ਰੱਖਿਆ, ਮੈਨੂੰ ਕੁਛ ਨਹੀਂ ਪਤਾ। ਫਿਰ ਉਹਨਾਂ ਨੇ ਮੈਡਮ ਮੱਲੀ ਸੀਗੀ, ਉਹਨਾਂ ਨੇ ਮੇਰੀ ਪੂਰੀ ਹੈਲਪ ਕੀਤੀ। ਉਹਨਾਂ ਨੇ ਬੋਲਿਆ ਕਿ ਮਤਲਬ ਕਿ ਕੁੜੀ ਇੰਨਾ ਕਰਨ ਦੀ ਆ, ਰੋਣ ਪਿੱਟਣ ਦੀ ਆ, ਮੁੰਡਾ ਤੁਹਾਨੂੰ ਪੇਸ਼ ਕਰਵਾਉਣਾ ਪੈਣਾ। ਮੈਡਮ ਮੱਲੀ ਨੇ ਮੇਰੀ ਇੱਕਦਮ ਪੂਰੀ ਹੈਲਪ ਕੀਤੀ। ਫਿਰ ਮੈਡਮ ਨੇ ਉਹਨਾਂ ਨੂੰ ਦਬਕਾ ਮਾਰਿਆ, ਉਹਨਾਂ ਨੇ 9 ਤਰੀਕ ਨੂੰ ਮੁੰਡਾ ਪੇਸ਼ ਕਰਾ ਦਿੱਤਾ। ਫਿਰ ਜਦੋਂ ਮੁੰਡੇ ਨੂੰ ਲੈ ਕੇ ਆਏ, ਮੁੰਡੇ ਨੇ ਇੱਕਦਮ ਉਹਨੂੰ ਇੱਕੋ ਗੱਲ ਕਹੀ ਜਾਣ ਡਿਆ ਸੀ ਕਿ ਮੈਂ ਤੈਨੂੰ ਨਹੀਂ ਉਹ ਰੱਖਣਾ। ਤੇ ਖੰਨਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ ਤੇ ਉੱਥੇ ਦੂਜੇ ਪਾਸੇ ਸ਼ਹਿਰ ਵਿੱਚ ਰੁਕਣ ਵਾਲੀਆਂ 4 ਟ੍ਰੇਨਾਂ ਦੇ ਰੂਟ ਪਿਛਲੇ ਸਾਲ ਤੋਂ ਬਦਲ ਦਿੱਤੇ ਗਏ ਹਨ। ਇਹਨਾਂ ਟ੍ਰੇਨਾਂ ਵਿੱਚ ਸ਼੍ਰੀ ਹਜੂਰ ਸਾਹਿਬ ਨਾਂਦੇੜ ਨੂੰ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਟ੍ਰੇਨ, ਮੁੰਬਈ ਲਈ ਪੱਛਮ ਐਕਸਪ੍ਰੈਸ, ਹਰਿਦੁਆਰ ਐਕਸਪ੍ਰੈਸ ਅਤੇ ਹਾਵੜਾ ਟ੍ਰੇਨਾਂ ਨੂੰ ਹੁਣ ਲੁਧਿਆਣਾ ਸਾਹਨੇਵਾਲ ਤੋਂ ਵਾਇਆ ਸਮਰਾਲਾ, ਖਮਾਣੋਂ, ਮੋਰਿੰਡਾ, ਚੰਡੀਗੜ੍ਹ, ਅੰਬਾਲਾ ਕਰ ਦਿੱਤਾ ਗਿਆ ਹੈ। ਯਾਨੀ ਹੁਣ ਇਹਨਾਂ ਟ੍ਰੇਨਾਂ ਦੇ ਸਫ਼ਰ ਲਈ ਯਾਤਰੀਆਂ ਨੂੰ ਲੁਧਿਆਣਾ ਜਾਂ ਅੰਬਾਲਾ ਜਾ ਕੇ ਟ੍ਰੇਨ ਲੈਣੀ ਪੈ ਰਹੀ ਹੈ। ਸ਼੍ਰੀ ਹਜੂਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ,
ਹਰਮੰਦਰ ਸਾਹਿਬ ਅਤੇ ਹਰਿਦੁਆਰ ਜਾਣ ਵਾਲੇ ਯਾਤਰੀਆਂ ਅਤੇ ਬਿਜ਼ਨਸਮੈਨ ਲੋਕਾਂ ਵਿੱਚ ਇਸ ਸੰਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀਆਂ ਗੱਲਾਂ ਲੀਡਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਪਰ ਇੱਥੇ ਹੋਰ ਜ਼ਿਆਦਾ ਟ੍ਰੇਨਾਂ ਰੁਕਣ ਦੀ ਬਜਾਏ ਜੋ ਟ੍ਰੇਨਾਂ ਚੱਲ ਰਹੀਆਂ ਸਨ ਉਹਨਾਂ ਨੂੰ ਬੰਦ ਹੀ ਕਰ ਦਿੱਤਾ ਗਿਆ ਹੈ। देखो जे गल की जाए ट्रेन की तो ट्रेनों बारे गल करन जा रहे हैं जिथे कि बहुत वड्डे लारे लाए गए, बहुत वड्डे वादे किए गए। कहते जब बाड़ ही खेत नूं खाण लग जाए तो की उहदा रखवाली की करू की होऊगा। कहते जो सानू वादे किए गए भी खन्ना शहर नूं कित्थे दा ट्रेनां होर देनियां सी। धन्नवाद करते हैं असीं MP साहब, मैं धन्नवाद कर रहे हैं भी देखो किड्डी अफसोस की गल है। MP साहब तो सानू इलैक्शनां दे विच वादे करते सी खन्ने नूं ट्रेनां दित्तियां जाणगीआं होर भी बिजनेसमैन लोग ने इत्थे धार्मिक लोग चढ़दे ने, पर किड्डे अफसोस की गल है MP की नलैकी कह लो। जी खन्ने की ट्रेनां सी 12715 12716 यानी कि सचखंड एक्सप्रैस, पश्चिम एक्सप्रैस, हरिद्वार ट्रेन और होर ट्रेनां जी कि खन्ने का रूट से जी कि अंमृतसर जाती सी, अंमृतसर तो श्री हजूर साहब जांदियां सी या बॉम्बे जांदियां सन या हरिद्वार जांदियां सन, वो ट्रेनां का ना रूट चंडीगढ़ नूं कर दिता, समराला वाया करता। ये खन्ने नूं MP साडे साहब की देन है और किड्डा अफसोस होंदा है। मैं हर साल असीं जत्था लैके जाने श्री हजूर साहब की यात्रा नूं, तकरीबन 250 तो 300 बंदा हर साल साडे नाल संगत के रूप च हुंदा है। खन्ने स्टेशन तो असीं जाने और इस बार साडा पहला पिछली बार करोना करके मिस हो गया सी। करोना की आड़ च ट्रेनां बंद हुईआं, बंद होण की आड़ च साडे MP साहब जिहड़े अमर सिंह जिहड़े जिन्होंने फतेहगढ़ साहब तो जिता के इन्हां दी पब्लिक ने जिता के भेजिआ, उन्होंने ये इनाम खन्ने नूं दिता कि खन्ने च उन्होंने ट्रेनां ही चुका दी, उन्होंने वाया समराला चंडीगढ़ रूट बना दिता। जिमें कि असीं 250-300 मैं दस गल की है, असीं हर साल 250-300 बंदा यानी कि संगत के रूप च हजूर साहब यात्रा ते जाने आ। ते हुण सानूं जाण दी दिक्कत पिछले करोना करके रह गई सी। सानूं तकरीबन 16 साल हो गए यात्रा जांदे, इस साल साडी यात्रा नहीं हो सकी। क्यों नहीं हो सकी? क्योंकि सानूं दिक्कत आ गई, कोई ट्रेन ही नहीं हैगी तो हजूर साहब जाण लई। देखो जिले की गल की है तो पहला तो मैं कहना भी कहला खन्ने के स्टेशन सुधार लो। जिले तो बहुत वड्डी गल है भी MLA साहब का खबरां भी चल रही भी उन्होंने मंत्री बनाया जा रहा है। तो हुण दिन भी की रह गए ने, अज तो 88-87 दिन रह गए ने पंजाब दे विच जाबता लगन लई। की जिला बनाणगे, की ट्रेनां रोकणगे, ये तो गल्लां दी गलाकड़ी है, गल्लां दे पापड़ बेलन लगे ने। मेरी मंग ये है भी जी खन्ने दी ट्रेनां सानू होर ट्रेनां दा की देनी सी। इन्हां ने साडी जी ट्रेनां खोईआं ने जिवें सचखंड एक्सप्रैस, पश्चिम एक्सप्रैस, हरिद्वार और एक अद्धी ट्रेन कहने होर भी इन्हां ने खोई है, सानू उही वापस कर दो, साडे लई उही बहुत वड्डी गल है। बिल्कुल देखो दरबार साहब जाण लई सानू पहलां ईजी सीगा, पहलां इत्थे इहदे की नाम है पश्चिम एक्सप्रैस हुंदी शामी 4 बजे, फिर उस तो 4:55 ते अपना सचखंड एक्सप्रैस हुंदी सी, फिर उस तो बाद रात नूं अपना हरिद्वार मेल हुंदी सीगी। तो जो इस तरह वापसी भी जो असीं आना हरिद्वार उत्थे सवेरे दरबार साहब तो वापस आना होंदी सवेरे 4 तकरीबन 5:35 ट्रेन चलती सचखंड, फिर उस तो बाद 8:15 बजे पश्चिम एक्सप्रैस चलती थी, फिर उस पर रात को 10:10 ते जी कि हरिद्वार जाने जी कि क्योंकि हरिद्वार का मैं नाम क्यों लै रहा क्योंकि संगतां ने जे किसी ने फुल तारन जाना है या किसी ने गंगा इशनान करन जाना है, वो ट्रेन च जांदे हुंदे सी, वो ट्रेन साडे खन्ने लई खत्म कर दित्ती है। ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਮਸਾਣੀਆਂ ਦੇ ਵਿੱਚ ਗਲਤ ਢੰਗ ਨਾਲ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਵੱਲੋਂ ਲਗਾਏ ਧਰਨੇ ਦੇ ਪਿੰਡ ਦੇ ਰਸੂਖਦਾਰ ਜ਼ਿਮੀਂਦਾਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਧਰਨਾ ਲਗਾ ਕੇ ਬੈਠੇ ਅਨੁਸੂਚਿਤ ਜਾਤੀ ਦੇ ਕੁਝ ਲੋਕੀ ਜ਼ਖਮੀ ਹੋ ਗਏ। ਜ਼ਖਮੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹਨ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਰ ਮੈਂ ਆਪਣੇ ਬੱਚੇ ਨੂੰ ਲਿਆ ਕੇ ਤੇ ਉੱਥੇ मतलब कि 10:30 के करीब मैं उत्थे पहुंचा है, 11 के करीब उत्थे पहुंच गया। मैं उत्थे आके तो इन्ने चनू कुछ जिमीदार लोग जिहड़े साडे पिंड दे सी इनकलूडिंग सरपंच कुछ होर भी लोग सी नाल, मतलब कि 60-70 जाने हैगे सी उत्थे वो खड़े सी ते वो समान तंबू जिहड़ा धरना लगा सी पंचायती जमीन नूं लैके वो पुट रहे सी। मैं उन्हां नाल कोई गलबात नहीं कीती, ना उन्हां नूं रोकिया, कुछ नहीं आ। सिर्फ मैं एक पास्टर ही पिंड दे विच सेवा करदा हां। मेरे चर्च का कुछ समान उत्थे पिया सी, कुर्सियां जिहड़ियां उन्हां चों एक मुंडे ने तोड़ दित्तियां ते मैं अंदर जाके उन्हां नूं पैली दे विच जाके मैं कहा भी कुर्सियां ना तोड़ो, मैं चुक लैना। आपां इहने चुकण गया, कहंदा तू पहलां क्यों नहीं चुके? इहदा गांह आके ते 2-3 बंदियां ने, एक ने मैनूं पिछों फड़िया, एक ने दातर मारिया, एक ने डंडियां नाल वार कीता मेरी लत्त दे उत्ते और बांह दे उत्ते। कुछ 4-5 बंदे जने मैनूं पै गए, कुछ 2-3 जने जिहड़े होर सी उधरों जाके मेरे भरा नूं भी पै गए। इन्हां नूं जदों छड्ड के एक वीडियो बना रहे सी, बकायदा साडे कोल वीडियो आ। वो वीडियो नूं जदों कर बना रहा सी, एक मुंडे को जाके वीडियो खोली, उस मेरा छोटा ब्रदर सी जिहड़ा वीडियो बना रहा है। फिर इन्होंने उन्होंने भी जाके कुटिया, ਉਹਦੇ भी सट्टां गुज्जियां लगियां, ਉਹਦੇ नहीं लगी, पर साडे दोनों दे एक मेरे सिर 'ਚ टप लाया वा ते एक ਇਹਦੇ काफ़ी डूंगा, ये बेहोश हो गया बाद तो इनू बाद पानी पुनी पिला के उन्होंने काफ़ी देर बाद मतलब लैके आंदा जदे होश 'ਚ आया। तो इहो ही सी साडा, होर कोई मेरा कोई इन्हां नाल लैना देना नहीं सी, सिर्फ जमीन नूं लैके इन्हां ने हमला किया।
ਝਗੜਾ ਪੰਚਾਇਤ ਦੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਕਿ ਜ਼ਮੀਨ ਦੇ ਵਿੱਚ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਇੱਕ ਸਾਡੇ ਪਿੰਡ ਦੀ ਐਸੀ ਮੈਜੋਰਟੀ ਵੱਲੋਂ ਪਿੰਡ 'ਚ ਇੱਕ ਧਰਨਾ ਲੱਗਾ ਹੋਇਆ ਸੀ ਜੋ ਕਿ ਸਾਂਝੇ ਤੌਰ ਤੇ ਜ਼ਮੀਨ ਲੈਣਾ ਚਾਹੁੰਦੇ ਸੀ। ਪਰ ਇਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਹੋਈ ਸੀ ਕਿ ਸਾਨੂੰ ਇੱਕ ਸਾਂਝੇ ਤੌਰ ਤੇ ਜ਼ਮੀਨ ਦਿੱਤੀ ਜਾਵੇ, ਜਿਹਦੇ ਪ੍ਰਤੀ ਕੁਝ ਜਰਨਲ ਵਰਗ, ਜ਼ਿਮੀਂਦਾਰ, ਕੁਝ ਜੱਟ ਕਾਸਟ ਦੇ ਲੋਕ ਇਹਨਾਂ ਨੇ ਆਪਣੇ ਸੀਰੀ ਬੰਦੇ ਅੱਗੇ ਲਾ ਕੇ ਤੇ ਉਹ ਜ਼ਮੀਨ ਉਹਨਾਂ ਦੇ ਨਾਂ ਤੇ ਕੀਤੀ। ਪਰ ਪਿੰਡ ਦਾ ਸਾਰਾ ਐਸੀ ਭਾਈਚਾਰਾ ਉਹ ਕਹਿੰਦਾ ਕਿ ਅਸੀਂ ਸਾਂਝੇ ਤੌਰ ਤੇ ਜ਼ਮੀਨ ਲੈਣਾ ਚਾਹੁੰਦੇ ਕਿ ਸਾਨੂੰ ਕਨਾਲ ਆਵੇ, ਮਰਲਾ ਆਵੇ, ਦੋ ਆਏ, ਅਸੀਂ ਸਾਂਝੇ ਤੌਰ ਤੇ ਆਪਣਾ ਇੱਕ ਪੱਠੇ ਦੱਥੇ ਪਾ ਕੇ ਗੁਜ਼ਾਰਾ ਕਰ ਸਕੀਏ। ਤਾਂ ਸੋ ਇਸ ਮਾਮਲੇ ਨੂੰ ਲੈ ਕੇ ਧਰਨਾ ਚੱਲਦਾ ਆ। ਅੱਜ 39ਵਾਂ ਦਿਨ 40ਵਾਂ ਦਿਨ, ਅੱਜ ਦਾ ਦਿਨ 40ਵਾਂ ਦਿਨ ਹੋ ਗਿਆ। ਤਾਂ ਇਸ ਸੰਬੰਧਿਤ ਪਿੰਡ ਦੇ ਫਿਰ ਵੀ ਕੁਝ ਜ਼ਿਮੀਂਦਾਰ ਜੱਟ, ਜਿੰਨੇ ਵੀ ਪਿੰਡ ਦੇ ਸਾਡੇ ਸਾਰੇ ਜੱਟ ਲੋਕਾਂ ਨੇ ਆਣ ਕੇ ਉਹ ਧਰਨੇ 'ਤੇ ਵਾਰਦਾਤ ਕੀਤੀ। 100 ਦੇ 150 ਦੇ ਕਰੀਬ ਲੋਕ ਆਣ ਕੇ ਇਕੱਠੇ ਆਏ ਆ। ਉਹਨਾਂ ਨੇ ਮਤਲਬ ਕਿ ਧਰਨੇ ਨੂੰ ਸਮਾਨ ਚੁੱਕਿਆ। ਉੱਥੇ ਸਾਡੇ ਕਿਸੇ ਬੰਦੇ ਨੇ ਕੋਈ ਗੱਲਬਾਤ ਨਹੀਂ ਕੀਤੀ, ਬਕਾਇਦਾ ਆਪਾਂ ਖਲੋਤੇ ਰਹੇ। ਸਿਰਫ ਅਸੀਂ 5 ਤੋਂ 6 ਜਣੇ ਉੱਥੇ ਉਸ ਟਾਈਮ ਮੌਜੂਦ ਸੀ। ਤਾਂ ਉੱਥੇ ਖਲੋਣ ਦੇ ਬਾਅਦ ਫਿਰ ਇਹਨਾਂ ਨੇ 100 ਤੋਂ 150 ਲੋਕ ਇਕੱਠੇ ਆਏ ਆ। ਇਹਨਾਂ ਨੇ ਆ ਕੇ ਤੇ ਹੱਲਾ ਕਰਨਾ ਸ਼ੁਰੂ ਕੀਤਾ, ਸਮਾਨ ਚੁੱਕਿਆ, ਸਮਾਨ ਦੀ ਭੰਨ ਤੋੜ ਕੀਤੀ ਤੇ ਬਕਾਇਦਾ ਸਾਡੇ ਲਾਗੇ ਖਲੋਣ ਦੇ ਨਾਲ ਇਹਨਾਂ ਨੇ ਸਾਡੇ ਤੇ ਵਾਰ ਕੀਤੇ, ਜਿਹਦੇ ਨਾਲ ਕਿ ਦਾਤਰ ਇੱਕ ਨੇ ਪਹਿਲਾਂ ਮੈਨੂੰ, ਇੱਕ ਨੇ ਬਿੰਦੇ ਡੇਢ ਨੇ ਇੰਨੀ ਗੱਲ ਕਹੀ ਕਿ ਇਹਨਾਂ ਨੂੰ ਫੜ ਲਓ, ਤੇ ਸੂਰਜ ਨੇ ਮੈਨੂੰ ਪਿੱਛੋਂ ਆਣ ਕੇ ਫੜਿਆ। ਇੱਕ ਨੇ ਮੇਰੇ ਦਾਤਰ ਦਾ ਟੱਪ ਲਾਇਆ ਔਰ ਦੂਜਾ ਇੱਕ ਨੇ ਆਣ ਕੇ ਫਿਰ ਮੇਰੇ ਪਿੱਛੇ ਗਿੱਚੀ 'ਚ ਡੰਡਾ ਮਾਰਿਆ। ਨਾਭਾ ਬਲਾਕ ਦੇ ਪਿੰਡ ਟੋੜਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ OSD ਚਰਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਇੱਕ ਸਧਾਰਨ ਇਨਸਾਨ ਨਹੀਂ ਬਲਕਿ ਇੱਕ ਸੰਸਥਾ ਸਨ। ਉਹਨਾਂ ਇਹ ਵੀ ਐਲਾਨ ਕੀਤਾ ਕਿ 2024 ਵਿੱਚ ਟੋੜਾ ਦੇ 100ਵੇਂ ਜਨਮ ਦਿਨ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਇੱਕ ਸਧਾਰਨ ਇਨਸਾਨ ਨਹੀਂ ਸਨ, ਉਹ ਚਲਦੀ ਫਿਰਦੀ ਇੱਕ ਯੂਨੀਵਰਸਿਟੀ ਸਨ ਔਰ ਪੰਥ ਪ੍ਰਤੀ ਉਹਨਾਂ ਦੀਆਂ ਇੰਨੀਆਂ ਕੁ ਘਾਲਣਾ ਸੀ, ਸ਼੍ਰੋਮਣੀ ਅਕਾਲੀ ਦਲ ਪ੍ਰਤੀ ਇੰਨੀਆਂ ਕੁ ਘਾਲਣਾ ਸੀ। ਮੈਂ ਤੇ ਅੱਜ ਦੀ ਪੀੜ੍ਹੀ ਨੂੰ, ਨੌਜਵਾਨ ਪੀੜ੍ਹੀ ਨੂੰ ਇਹੀ ਕਹੂੰਗਾ ਕਿ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ, ਉਹਨਾਂ ਦੇ ਜੀਵਨ ਨੂੰ ਦੇਖ ਕੇ ਉਹਨਾਂ ਤੋਂ ਸਿੱਖਣ ਦੀ ਲੋੜ ਆ। ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੇ ਜੀਵਨ ਬਤੀਤ ਕੀਤਾ, ਜਿਸ ਤਰ੍ਹਾਂ ਉਹਨਾਂ ਨੇ ਪੰਥ ਦੀ, ਪਾਰਟੀ ਦੀ ਸੇਵਾ ਕੀਤੀ ਹੈ, ਉਸ ਤਰ੍ਹਾਂ ਸਾਰਿਆਂ ਨੂੰ ਉਹਦੇ 'ਤੇ ਪਹਿਰਾ ਦੇ ਕੇ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ। ਉੱਥੇ ਪੰਥ ਪ੍ਰਸਤੀ ਦਾ ਜਿਹੜਾ ਸਬੂਤ ਆ ਉਹ ਦੇਣਾ ਚਾਹੀਦਾ। ਗਲਤਪਰੀ ਕਹਾਵਤਾਂ ਤਾਂ ਜੁੜ ਜਾਂਦੀਆਂ, ਪਰ ਐਸ ਕਦਰ ਜੁੜਨੀਆਂ ਲੋਕਾਂ ਨੇ। ਜੇ ਜਾ ਕੇ ਪੱਗ ਵੀ ਖਰੀਦਣੀ ਸੀ ਨਾ, ਤੇ ਲੋਕ ਇਹ ਨਹੀਂ ਕਹਿੰਦੇ ਸੀ ਟੈਰੀ ਰੂਬੀਆ ਦੀ ਦੇਣੀ ਆ, ਰੂਬੀਆ ਦੀ ਦੇਣੀ ਆ ਕਿ ਕਿਹੜੀ, ਕਹਿੰਦੇ ਸੀ ਜੀ ਟੌੜਾ ਸਾਹਿਬ ਵਾਲੀ ਪੱਗ ਦੇ ਦਿਓ। ਮਤਲਬ ਇਹ ਸੌਖੀ ਕਮਾਈ ਨਹੀਂ ਹੁੰਦੀ ਇਸ ਲੈਵਲ ਤੱਕ, ਜਦੋਂ ਤੁਸੀਂ ਲੋਕਾਂ ਨੂੰ ਦੇ ਵਿੱਚ ਆਪਦਾ ਨਾਮ ਬਣਾਉਣੇ ਹੋ, ਆਪਦੀ ਗੱਲ ਬਣਾਉਣੇ ਹੋ। ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ, ਬਹੁਤ ਵੱਡੀ ਮਿਹਰ ਕੀਤੀ ਹੈ। ਅੱਜ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦਾ ਜਨਮ ਦਿਨ ਹੈ। ਤੁਸੀਂ ਦੇਖ ਰਹੇ ਹੋ ਕਿ ਕਿਤੇ ਵੀ ਤਿਲ ਛਿੱਟ ਨੂੰ ਜਗ੍ਹਾ ਨਹੀਂ ਸੀ, ਇੰਨੇ ਲੋਕ ਇਕੱਠੇ ਹੋਏ। ਹਾਲਾਂਕਿ ਕੋਈ ਪਬਲਿਸਿਟੀ ਨਹੀਂ ਹੋ ਸਕੀ, ਬਹੁਤਾ ਕਹਿ ਨਹੀਂ ਸਕੇ, ਪਰ ਫਿਰ ਵੀ ਲੋਕਾਂ ਦੀ ਇੰਨੀ ਸ਼ਰਧਾ ਹੈ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਲੋਕ ਇੱਕ ਇਨਸਾਨ ਨਹੀਂ, ਇੱਕ ਦੇਵਤਾ ਸਮਝਦੇ ਸੀ, ਇੱਕ ਸੰਸਥਾ ਸਮਝਦੇ ਸੀ। ਜਿੰਨੇ ਉਹਨਾਂ ਨੇ ਕੰਮ ਕੀਤੇ ਨੇ, ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਇੱਕ ਰਿਕਾਰਡ ਹੋਣਾ। ਕੰਮ ਹੋਰ ਵੀ ਕੀਤੇ ਹੋਣਗੇ, ਪਰ ਜੋ ਇਮਾਨਦਾਰੀ, ਦਿਆਨਦਾਰੀ ਅਤੇ ਸਿੱਖ ਧਰਮ ਦਾ ਜਜ਼ਬਾ ਉਹਨਾਂ ਦੇ ਵਿੱਚ ਸੀ, ਉਹ ਮੇਰਾ ਖਿਆਲ ਹੈ ਕਿ ਮੈਂ ਨਹੀਂ ਦੇਖਿਆ। ਇੱਕ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਥੱਲੋਂ ਉੱਠ ਕੇ ਚੱਲ ਕੇ, ਥੋੜ੍ਹਾ ਸਾਹਿਬ ਦੱਸਦੇ ਹੁੰਦੇ ਸੀ ਕਿ ਮੈਂ ਜੋਤਾ ਹਲਦਾ ਲਾ ਕੇ ਫਿਰ ਸਾਈਕਲ 'ਤੇ ਜਾ ਕੇ ਸੁਨੇਹੇ ਲਾ ਕੇ ਆਉਣਾ ਸੀ। ਉੱਥੋਂ ਚੱਲ ਕੇ ਦੁਨੀਆ ਦੇ ਵਿੱਚ ਇੱਕ ਸਟਾਰ ਦੀ ਤਰ੍ਹਾਂ ਚਮਕਣਾ, ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ। ਅਤੇ ਗੁਰੂ ਨੇ ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਅਸੀਂ ਟੌੜਾ ਸਾਹਿਬ ਦਾ ਗੱਲ ਹੋਈ ਹੈ ਕਿ 24 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਕੇ ਸਾਰਾ ਪੰਥ ਰਲ ਕੇ ਉਹਨਾਂ ਦਾ ਜਿਹੜਾ 100ਵਾਂ ਜਨਮ ਦਿਨ ਹੈ ਉਹ ਖੁਸ਼ੋ ਖੁਸ਼ੀ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਮਨਾਈਏ। ਇੱਕ ਸੰਸਥਾ ਸੀ, ਤੇ ਭਾਵੇਂ ਰਾਜਨੀਤੀ ਲਾ ਲਓ, ਭਾਵੇਂ ਸਮਾਜਿਕ ਜੀਵਨ ਲਾ ਲਓ, ਭਾਵੇਂ ਧਾਰਮਿਕ ਜੀਵਨ ਲਾ ਲਓ, ਉਹਨਾਂ ਨੇ ਇੱਕ ਮਿਸਾਲ ਦੇ ਰੂਪ 'ਚ, ਇੱਕ ਐਗਜ਼ੈਂਪਲ ਦੇ ਰੂਪ 'ਚ ਬਹੁਤ ਲੰਬੇ ਸਮੇਂ ਤੱਕ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹੋ ਰਹਿਣਗੀਆਂ। ਰਾਜਨੀਤੀ ਦੇ ਵਿੱਚ ਕੇਵਲ ਉਹ ਆਗੂ ਹੀ ਨਹੀਂ ਸੀ, ਬਲਕਿ ਉਹ ਨਾਂ ਸਨ ਉਹ ਜਿਨ੍ਹਾਂ ਨੇ ਅੱਗੇ ਸਮਾਜ ਨੂੰ, ਰਾਜਨੀਤੀ ਨੂੰ ਆਗੂ ਦਿੱਤੇ। ਬਹੁਤ ਸਾਰੇ ਨਾਮਵਰ ਆਗੂ ਨੇ ਜਿਨ੍ਹਾਂ ਨੂੰ ਉਹ ਰਾਜਨੀਤੀ ਵਿੱਚ ਲੈ ਕੇ ਆਏ ਅਤੇ ਆਮ ਪਰਿਵਾਰਾਂ 'ਚੋਂ ਲੈ ਕੇ ਆਏ। ਧਾਰਮਿਕ ਖੇਤਰ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਉਹਨਾਂ ਸਮਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਲੰਬਾ ਸਮਾਂ ਅਗਵਾਈ ਉਹ ਨਹੀਂ ਕੀਤੀ, ਬਲਕਿ ਉਹ ਸਮੇਂ ਸਨ ਜਿਹੜੇ ਸਮੇਂ ਸ਼ਾਇਦ ਸਭ ਤੋਂ ਚੁਣੌਤੀਪੂਰਵਕ ਸਮੇਂ ਸੀ ਪੰਥ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ। ਸਮਾਜਿਕ ਤੌਰ ਦੇ ਉੱਤੇ ਮੈਂ ਕਹਿ ਸਕਦਾ ਵੀ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਜਿਹੜਾ ਰਿਸ਼ਤਾ ਆਪਣੇ ਵਰਕਰਾਂ ਨਾਲ ਸੀ,
ਉਹ ਉਹੋ ਜਿਹਾ ਰਿਸ਼ਤਾ ਨਹੀਂ ਸੀ ਜਿਵੇਂ ਕਿਸੇ ਆਮ ਸਿਆਸੀ ਲੀਡਰ ਦਾ ਰਵਾਇਤੀ ਰੂਪ ਵਿੱਚ ਆਪਣੇ ਵਰਕਰਾਂ ਨਾਲ ਹੁੰਦਾ, ਬਲਕਿ ਉਹ ਸਾਂਝ ਬੜੀ ਜਜ਼ਬਾਤੀ ਸੀ, ਬੜੀ ਦਿਲੀ ਸੀ, ਬੜੀ ਭਾਵਨਾਤਮਕ ਸੀ ਤੇ ਪਰਿਵਾਰਕ ਸਾਂਝਾਂ ਦੇ ਰੂਪ ਵਿੱਚ ਉਹ ਸਾਂਝ ਸੀ ਜਿਹੜੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਪਣੇ ਵਰਕਰਾਂ ਨਾਲ, ਆਪਣੇ ਸਾਥੀਆਂ ਨਾਲ ਸੀ। ਰੂਪਨਗਰ ਨਗਰ ਕੌਂਸਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਜੋ ਰਿਕਾਰਡ ਪੇਸ਼ ਕੀਤਾ ਗਿਆ ਉਸ ਦੇ ਅਨੁਸਾਰ ਨਗਰ ਕੌਂਸਲ ਨੂੰ ਹਰ ਮਹੀਨੇ ਕਰੀਬ 40 ਲੱਖ ਘਾਟੇ ਵਿੱਚ ਜਾ ਰਹੀ ਹੈ। परंतु इस दे बावजूद नगर कौंसल के कांग्रेसी प्रधान वालों अपने साथी कौंसलरां की सहमति के नाल 2 करोड़ रुपए के विकास कार्यों के मते पास कर दिते गए, जिसका विरोध मीटिंग में शामिल मौजूदा कौंसलर और नगर कौंसल के साबका प्रधान अशोक वाही जो कि खुद भी एक टकसाली कांग्रेसियां वालों किया गया। ਅੱਜ ਤਾਂ ਜੀ ਕੁਝ ਸਾਡੇ ਇੱਥੇ ਵਰਕਰ ਸੀਗੇ, ਕੁਝ ਇਸ ਤਰ੍ਹਾਂ ਕਿਸੇ ਦੀ ਡੈਥ ਹੋ ਗਈ ਹੈ, ਉਹਦੀ ਜਗ੍ਹਾ ਤੇ ਨੌਕਰੀਆਂ ਦਿੱਤੀਆਂ ਗਈਆਂ ਹੈਗੀਆਂ ਇੱਕ ਦੋ ਵਰਕਰਸ ਨੂੰ, ਉਹਨਾਂ ਦੇ ਕੋਈ ਪੈਂਡਿੰਗ ਵਗੈਰਾ ਪਏ ਸੀਗੇ ਉਹ ਪਾਸ ਕੀਤੇ ਗਏ ਆ, ਕੋਈ ਪੈਂਡਿੰਗ ਫੰਡਸ ਵਗੈਰਾ ਉਹਨਾਂ ਦੇ ਹੈਗੇ ਆ। ਬਾਕੀ ਸ਼ਹਿਰ ਦੇ ਵਿਕਾਸ ਦੇ ਕੰਮ ਅਸੀਂ 2 ਕਰੋੜ ਦੇ ਅੱਜ ਫੇਰ ਪਾਸ ਕੀਤੇ ਹੈਗੇ ਮੀਟਿੰਗ ਦੇ ਵਿੱਚ ਸਾਰਿਆਂ ਦੇ ਵਿੱਚ ਸਹਿਮਤੀ ਦੇ ਨਾਲ ਹੀ। ਤੇ ਬਾਕੀ ਇਹ ਵੀ ਹੋਰ ਵੀ ਜਿਹੜੇ ਪਾਣੀ ਤੇ ਸੀਵਰੇਜ ਦੇ ਬਿੱਲ ਨੇ ਇਹ ਕੀ ਲੱਗਦਾ ਵੀ ਹੁਣ ਮਾਫ ਹੋ ਗਏ ਬਿਲਕੁਲ ਹੀ ਕਿ ਹਜੇ ਇਹਦੇ ਵਿੱਚ ਕੋਈ ਅੜਚਨ ਹੈ? ਦੇਖੋ ਉਮੀਦ ਤਾਂ ਹੈਗੀ ਆ ਪੂਰੀ ਸਾਨੂੰ ਮਾਫ ਹੋਣ ਦੀ, ਤੇ ਉਹਨਾਂ ਵੱਲੋਂ ਉਹਨਾਂ ਦਾ ਗਵਰਨਮੈਂਟ ਵੱਲੋਂ ਲਿਖ ਕੇ ਵੀ ਆਇਆ ਹੋਏਗਾ, ਜੋ ਗਵਰਨਮੈਂਟ ਦੇ ਰੂਲ ਹੋਣਗੇ ਉਹਨਾਂ ਮੁਤਾਬਕ ਹੀ ਕੰਮ ਹੋਏਗਾ। ਤੇ ਬਾਕੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਡੇ ਸਰਦਾਰ ਚਰਨਜੀਤ ਸਿੰਘ ਚੰਨੀ ਆਏ ਆ ਤੇ ਸਾਨੂੰ ਪੂਰਾ ਮਾਣ ਹੈ ਕਿ ਸਾਡਾ ਜਿਹੜੇ ਪਾਣੀ ਤੇ ਸੀਵਰੇਜ ਦੇ ਬਿੱਲ ਹੈ ਜਲਦੀ ਹੀ ਮਾਫ ਕਰਕੇ ਸਾਨੂੰ ਵਧੀਆ ਤੋਹਫਾ ਦੇਣਗੇ ਸਾਡੇ ਸ਼ਹਿਰ ਨੂੰ। ਮੇਰਾ ਸਿੰਪਲੀ ਯਾਰ ਇੱਕੋ ਇਤਰਾਜ਼ ਹੈ ਵੀ ਅੱਜ ਦੇ ਜਿਹੜੀ ਇਹ ਕਮੇਟੀ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਟੋਟਲੀ ਈਓ ਸਾਹਿਬ ਵੱਲੋਂ ਔਰ ਪ੍ਰਧਾਨ ਵੱਲੋਂ ਇਹੀ ਰੋਣਾ ਸੀਗਾ ਬਈ ਸਾਡੇ ਜਿਹੜੀ ਕਮੇਟੀ ਚਲਾ ਰਹੇ ਆ ਉਹ 'ਚ 40 ਲੱਖ ਰੁਪਏ ਮਹੀਨੇ ਦਾ ਘਾਟੇ 'ਚ ਜਾ ਰਹੇ ਹਾਂ ਅਸੀਂ। ਤੇ ਜਦ ਕਮੇਟੀ 40 ਲੱਖ ਰੁਪਏ ਮਹੀਨੇ ਦੇ ਘਟ ਜਾ ਰਹੀ ਹੈ ਤੇ 2-2 ਕਰੋੜ ਦੇ ਹਰ ਮੀਟਿੰਗ 'ਚ ਕਿਉਂ ਮਤੇ ਪਾਸ ਕਰਦੇ ਨੇ, ਜਦੋਂ ਕਿ ਸਰਕਾਰ ਵੱਲੋਂ ਇਹ ਹਦਾਇਤ ਹੈ ਬਈ ਬਜਟ ਦਾ 40% ਜਿਹੜਾ ਹੈ ਡਿਵੈਲਪਮੈਂਟ ਤੇ ਹੋਣਾ ਚਾਹੀਦਾ, ਤਾਂ ਬਜਟ ਹੀ 40 ਲੱਖ ਰੁਪਏ ਮਹੀਨੇ ਦੇ ਘਾਟੇ ਵਿੱਚ 40% ਦਾ ਘਾਟੇ ਵਿੱਚ ਇਹ ਕੰਮ ਹੋਣਗੇ ਕਿਵੇਂ? ਐਵੇਂ ਮੈਂਬਰਾਂ ਨੂੰ ਲੋਲੀਪੌਪ ਦਿੱਤੀ ਜਾ ਰਹੀ ਹੈ। ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨੇ ਦਿੰਦੇ ਆ ਰਹੇ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕੱਚੇ ਕਾਮਿਆਂ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹਾ ਰੂਪਨਗਰ ਵਿੱਚ ਫਿਰ ਤੋਂ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਡਵੇਜ਼ ਮੁਲਾਜ਼ਮਾਂ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਰਾਜ਼ਗੀ ਜਤਾਈ, ਉੱਥੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹੋਏ ਉਮੀਦ ਜਤਾਈ ਹੈ ਕਿ ਕੱਚੇ ਮੁਲਾਜ਼ਮਾਂ ਦੀ ਸਾਰ ਲੈਣਗੇ ਅਤੇ ਨਾਲ ਹੀ ਧਰਨਾਕਾਰੀ ਨਵੇਂ ਮੁੱਖ ਮੰਤਰੀ ਨੂੰ ਚੇਤਾਵਨੀ ਦੇਣਾ ਵੀ ਨਹੀਂ ਭੁੱਲੇ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਪੰਜਾਬ ਰੋਡਸ ਪਨਬਸ ਕੰਟਰੈਕਟ ਵਰਕਰ ਯੂਨੀਅਨ ਸਾਡੀ ਅੱਜ ਕਾਲ ਸੀਗੀ ਬੰਦ ਕਰਨ ਦੀ ਸੈਂਟਰ ਵਾਡੀ ਦੀ, ਉਹਦੇ ਸਬੰਧ ਤੁਹਾਨੂੰ ਦੱਸ ਦਈਏ ਕਿ ਅੱਜ ਅਸਾਂ 2 ਘੰਟੇ ਬੱਸ ਸਟੈਂਡ ਬੰਦ ਕੀਤਾ ਸੀਗਾ। 14 ਤਰੀਕ ਨੂੰ ਜਿਹੜੀ ਅਸੀਂ ਹੜਤਾਲ ਬੰਦ ਕੀਤੀ ਹੈ, 6 ਤਰੀਕ ਤੋਂ ਸਾਡੀ ਹੜਤਾਲ ਲਾਗੂ ਸੀਗੀ ਅਣਮਿੱਥੇ ਟਾਈਮ ਦੀ, ਪਰ ਸਰਕਾਰ ਬਦਲਣ ਦੇ ਨਾਲ ਸਾਡੀ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹ ਸਰਕਾਰ ਨੇ ਠੁੱਸ ਕਰਤੀ ਹੈ। ਮੁੱਕਰ ਗਿਆ ਵਾਅਦਿਆਂ ਤੋਂ ਕਿ ਸੰਦੀਪ ਸੰਧੂ ਗਿਆ, ਕੈਪਟਨ ਸਾਹਿਬ ਗਏ ਤਾਂ ਤੁਹਾਡੀਆਂ ਮੰਗਾਂ ਵੀ ਵਿਚਾਰ ਅਧੀਨ ਕਹਿ ਰਹੇ ਹੈ, ਜਦ ਕਿ ਉਸ ਦਿਨ ਵਾਅਦਾ ਹੋਇਆ ਸੀਗਾ ਕਿ ਅਸੀਂ ਨੋਟੀਫਿਕੇਸ਼ਨ ਕਰਾਂਗੇ। ਪਰ ਕੱਲ੍ਹ ਸਾਡੀ ਮੀਟਿੰਗ ਸੀਗੀ ਡਾਇਰੈਕਟਰ ਦਫ਼ਤਰ ਤੇ ਉਹ ਕਹਿੰਦੇ ਆ ਕਿ ਤੁਹਾਡੀਆਂ ਮੰਗਾਂ ਵਿਚਾਰ ਅਧੀਨ ਹੈ, ਜਦ ਕਿ ਉਹਨਾਂ ਨੂੰ ਨੋਟੀਫਿਕੇਸ਼ਨ ਲਾਗੂ ਕਰਨਾ ਚਾਹੀਦਾ ਸੀਗਾ। 30% ਸਾਡੀ ਤਨਖਾਹ ਵਧਾਈ ਜਾਵੇ, 5% ਹਰੇਕ ਸਾਲ ਦਾ ਵਾਅਦਾ ਕੀਤਾ ਵਧਾਉਣ ਦਾ। ਰਿਪੋਰਟਾਂ ਵਾਲੇ ਸਾਡੇ ਸਾਥੀ ਹੈ ਜਿਹੜੇ ਉਹਨਾਂ ਨੂੰ ਲੈਣ ਦਾ ਵਾਅਦਾ ਸੀਗਾ ਉਹ ਵੀ ਸਰਕਾਰ ਪੂਰਾ ਕਰੇ। 1000 ਬੰਦੇ ਲਿਸਟ ਸੁਣਨ ਚਾਹੇ ਵੀ 1000 ਬੰਦੇ ਲਿਸਟ ਬਣੀ ਹੋਈ ਹੈ ਉਹ ਜਲਦੀ ਲਾਗੂ ਕਰੇ, ਔਰ 525 ਰੁਪਏ ਦੀ ਜਿਹੜੀ ਕਟੌਤੀ ਸਾਡੀ ਤਨਖਾਹ ਦੇ ਨਾਲ ਹੁੰਦੀ ਸੀਗੀ ਉਹ ਬੰਦ ਕੀਤੀ ਜਾਵੇ। ਸਾਡਾ ਨੋ ਵਰਕ ਨੋ ਪੇ ਦਾ ਰੂਲ ਜਿਹੜਾ ਹੈਗਾ ਏ ਉਹ ਅਸੀਂ ਪੂਰਾ ਉਹ ਕੀਤਾ ਜਾਵੇ, ਕਿਉਂਕਿ ਅਸੀਂ ਜਿਹੜੀ ਹੜਤਾਲ ਕੀਤੀ ਹੈ ਅਸੀਂ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਕੀਤੀ ਹੈ, ਨਾ ਕਿ ਆਪਣੇ ਲੈਵਲ ਤੇ ਕੀਤੀ ਹੈ। ਸਰਕਾਰ ਨੂੰ 40 ਦਿਨ ਪਹਿਲਾਂ ਅਸੀਂ ਨੋਟਿਸ ਦਿੱਤਾ ਸੀਗਾ, ਸੋ ਨੋਟਿਸ ਦੇ ਬਾਵਜੂਦ ਜਿਹੜਾ ਮਹਿਕਮਾ ਹੈ ਸਾਡੀ 525 ਰੁਪਏ ਦੀ ਹਰ ਦਿਨ ਦੀ ਕਟੌਤੀ ਕਰਦਾ ਹੈ ਸਾਡੀ ਦਿਹਾੜੀ ਦੇ ਨਾਲ, ਤੇ ਉਹ ਸਾਡੇ ਨਾਲ ਖਿਲਵਾੜ ਹੈ, ਉਹ ਬੰਦ ਕੀਤੀ ਜਾਵੇ। ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਸ ਨੂੰ 15 ਤਰੀਕ ਤੋਂ ਹੂਬਹੂ ਇਨ ਬਿਨ ਲਾਗੂ ਕੀਤਾ ਜਾਵੇ। ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਹਿੰਦੀ ਹੈ ਕਿ ਸਰਕਾਰ ਬਦਲ ਗਈ ਮੰਗਾਂ ਬਦਲ ਗਈਆਂ, ਸਰਕਾਰ ਬਦਲੀ ਅਸੀਂ ਨਹੀਂ ਬਦਲੇ। ਅਸੀਂ 10-11-12 ਸਾਡੀ ਹੜਤਾਲ 3 ਦਿਨ ਦੀ ਹੈ, ਪਰ ਹੜਤਾਲ ਲੰਬੀ ਜਾਊਗੀ, ਠੀਕ ਹੈ। ਤੇ ਅਸੀਂ ਸੀਐਮ ਸਾਹਿਬ ਨੂੰ ਐਲਾਨ ਕਰਦੇ ਹਾਂ, ਪਹਿਲਾਂ ਤਾਂ ਬੇਨਤੀ ਕਰਾਂਗੇ ਕਿ ਸਾਡੀਆਂ ਮੰਗਾਂ ਮੰਨੋ, ਜੇ ਨਾ ਮੰਨੀਆਂ ਜਿਹੜਾ ਸੰਘਰਸ਼ ਹੈ ਉਹ ਅਣਮਿੱਥੇ ਟਾਈਮ ਦਾ ਕੀਤਾ ਜਾਊਗਾ। ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਹਾਲੇ ਕੁਝ ਦਿਨ ਦਾ ਸਮਾਂ ਹੀ ਹੋਇਆ ਹੈ ਤੇ ਹੁਣ ਉਹਨਾਂ ਦੇ ਜ਼ਿਲ੍ਹੇ ਵਿੱਚ ਧਰਨਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
ਭਾਵੇਂ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸਮੂਹ ਮੁਲਾਜ਼ਮਾਂ ਦੇ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਧਰਨੇ ਨਾ ਲਗਾਓ, ਸਾਰਿਆਂ ਦੀ ਮੰਗਾਂ ਮੰਨੀਆਂ ਜਾਣਗੀਆਂ, ਪਰ ਉਸ ਦੇ ਬਾਵਜੂਦ ਰੂਪਨਗਰ ਵਿੱਚ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਰ ਸਾਨੂੰ ਭਰੋਸਾ ਤਾਂ ਹੈ, ਅਸੀਂ ਵਿਸ਼ਵਾਸ ਵੀ ਉਹਨਾਂ 'ਤੇ ਕਰਦੇ ਹਾਂ ਤੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ, ਕਰਦੇ ਵੀ ਹਾਂ ਕਿ ਪਰ ਇਹ ਜੋ ਸਾਨੂੰ ਪਿਛਲੇ ਮਹੀਨੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਸਿਹਤ ਮੰਤਰੀ ਨੇ ਕਿ ਅਸੀਂ ਤੁਹਾਨੂੰ ਜੋ ਤੁਹਾਡਾ ਬਣਦਾ ਹੱਕ ਹੈਗਾ ਤੁਹਾਨੂੰ 2500 ਰੁਪਇਆ ਕਰੋਨਾ ਕੋਵਿਡ ਦਾ ਵੈਕਸੀਨ ਮਿਲਦਾ ਸੀ ਸਰਵੇ ਦਾ, ਉਹ ਤੁਹਾਨੂੰ ਅਸੀਂ ਫਿਕਸ ਸੈਲਰੀ ਦੇ ਰੂਪ ਵਿੱਚ ਫਿਕਸ ਲਗਾ ਰਹੇ ਹਾਂ, ਪਰ ਅਜੇ ਤੱਕ ਉਹਦਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਉਹ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਕਦੋਂ ਤੱਕ ਇਹ ਅੱਜ ਇੱਕ ਦਿਨ ਦਾ ਜਾਂ ਅੱਗੇ ਭਵਿੱਖ ਦੇ ਵਿੱਚ? ਇਹ ਸਰ ਅੱਜ ਇੱਕ ਦਿਨ ਦਾ ਹੈਗਾ, ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਨਾ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਅਸੀਂ ਹੋਰ ਵੀ ਤੇਜ਼ ਤੇ ਤਿੱਖਾ ਸੰਘਰਸ਼ ਰੱਖਾਂਗੇ। ਧਰਨਾ ਜਿਸ ਤਰ੍ਹਾਂ ਕਿ ਅਸੀਂ ਲਗਭਗ 2008 ਤੋਂ ਆਸ਼ਾ ਵਰਕਰ ਭੈਣਾਂ ਮਹਿਕਮੇ ਅੰਦਰ ਕੰਮ ਕਰ ਰਹੀਆਂ ਨਿਗੂਣੇ ਜਿਹੇ ਭੱਤਿਆਂ ਤੇ ਸਰਕਾਰਾਂ ਸਾਡੀ ਕੁਝ ਵੀ ਸੁਣ ਨਹੀਂ ਰਹੀਆਂ। ਜਿਸ ਤਰ੍ਹਾਂ ਕਿ ਪਿਛਲੇ ਮੰਥ ਸਾਡੀ ਸਿਹਤ ਮੰਤਰੀ ਤੇ ਡਾਇਰੈਕਟਰ ਸਾਹਿਬ ਦੇ ਨਾਲ ਮੀਟਿੰਗ ਹੋਈ ਸੀਗੀ, ਜਿਸ ਦੇ ਵਿੱਚ ਉਹਨਾਂ ਨੇ 2500 ਰੁਪਇਆ ਜਿਹੜਾ ਹੈਗਾ ਆਸ਼ਾ ਵਰਕਰਾਂ ਨੂੰ ਫਿਕਸ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਹੁਣ ਇੱਕ ਮੰਥ ਹੋ ਜਾਣ ਤੋਂ ਬਾਅਦ ਹੁਣ ਤੱਕ ਉਹਦਾ ਕੋਈ ਵੀ ਨੋਟੀਫਿਕੇਸ਼ਨ ਹੈਗਾ ਜਿਹੜਾ ਜਾਰੀ ਨਹੀਂ ਕੀਤਾ ਗਿਆ। ਨਵਜੋਤ ਸਿੱਧੂ ਦੇ ਖਿਲਾਫ ਅੱਜ ਸਮਾਜਿਕ ਸੰਸਥਾ ਜਾਗਣਾ ਜ਼ਮੀਰ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਤੇ ਨਵਜੋਤ ਸਿੱਧੂ ਦਾ ਪੁਤਲਾ ਉਸਦੇ ਘਰ ਦੇ ਬਾਹਰ ਹੀ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਪੁਲਿਸ ਨਾਲ ਵੀ ਉਲਝਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਸਿੱਧੂ ਨੂੰ ਉਹਨਾਂ ਦੇ ਕੀਤੇ ਵਾਅਦੇ ਯਾਦ ਕਰਵਾਉਣ ਲਈ ਉਹ ਆਏ ਹੋਏ ਹਨ। ਜਾਗਦਾ ਅਮੀਰ ਪਹਿਲਾਂ ਸਾਰੇ ਪੱਤਰਕਾਰਾਂ ਦਾ ਤਹਿ ਦਿਲੋਂ ਧੰਨਵਾਦੀ ਏ, ਜਿਹੜੇ ਜਾਗਦਾ ਅਮੀਰ ਦੀਆਂ ਮੰਗਾਂ ਨੂੰ ਹਮੇਸ਼ਾ ਧਿਆਨ ਰੱਖਦੇ ਹੋਏ ਨਿਸਵਾਰਥ ਸੇਵਾ ਕਰਦੇ ਨੇ। ਦਾਸ ਇਹਨਾਂ ਨੂੰ ਸਲੂਟ ਕਰਦਾ ਹੈ। ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਅੰਮ੍ਰਿਤਸਰ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਦੀ ਕਥਨੀ ਤੇ ਕਰਨੀ 'ਚ ਬੜਾ ਫਰਕ ਹੈ। ਇਹ ਝੂਠ ਦਾ ਪਲਿੰਦਾ ਹੈ, ਜਿਹੜੇ ਵਾਅਦੇ ਕਰਦਾ, ਜਿਹੜੀਆਂ ਗੱਲਾਂ ਸਟੇਜਾਂ ਤੇ ਕਰਦਾ ਹੈ, ਪਰ ਇਹਨੇ ਅਜੇ ਤੱਕ ਕਦੇ ਨਹੀਂ ਨਿਭਾਇਆ। 2 ਮਹੀਨੇ ਪਹਿਲਾਂ 20 ਜੁਲਾਈ ਨੂੰ ਪੰਜਾਬ ਦਾ ਪ੍ਰਧਾਨ ਬਣਿਆ ਸੀ। ਅਸੀਂ ਉਦੋਂ ਇਹਨੂੰ ਕਿਹਾ ਸੀ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਜੀ, ਤੁਹਾਨੂੰ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ। ਗੁਰੂ ਰਾਮਦਾਸ ਦੀ ਨਗਰੀ ਨਾਲ ਜਿਹੜੇ ਵੀ ਵਾਅਦੇ ਕਰੋਗੇ ਉਹਨਾਂ ਨੂੰ ਨਿਭਾਉਣਾ। ਜਦੋਂ ਇਹ ਪ੍ਰਧਾਨ ਨਹੀਂ ਸੀ, ਇਹ ਦੂਜੇ ਦਿਨ ਟਵੀਟ ਕਰਦੇ ਸੀ ਕੈਪਟਨ ਸਾਹਿਬ ਨੂੰ ਵੀ ਮਤਲਬ ਪੰਜਾਬ ਦੀ ਬੇਅਦਬੀ ਦਾ ਇਨਸਾਫ ਕਦੋਂ ਦਿਲਵਾਏਗਾ। ਅੱਜ ਜਦੋਂ ਸਾਰੀ ਤਾਕਤ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਗਈ ਹੈ, ਅਸੀਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਦਾ ਹੈ ਪੰਜਾਬ ਕਦੋਂ ਦਿਵਾਏਗਾ ਬੇਅਦਬੀ ਦਾ ਇਨਸਾਫ। ਇਹਨੂੰ 2 ਮਹੀਨੇ ਪ੍ਰਧਾਨ ਬਣਨ ਹੋ ਗਏ, 2 ਮਹੀਨੇ 7 ਦਿਨ ਹੋ ਗਿਆ, ਇਹਨੇ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਇਹ ਕਹਿੰਦਾ ਸੀ ਮੈਂ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਦਾਂਗਾ, ਦੜੇ ਸੱਟੇ ਦਾ ਲੱਕ ਤੋੜ ਦਾਂਗਾ। ਅੰਮ੍ਰਿਤਸਰ ਜਿਹੜੇ ਇਹਦੇ ਸਹਿਯੋਗੀ ਏ ਸਭ ਤੋਂ ਵੱਡੇ ਉਹ ਦੜੇ ਸੱਟੇ ਦੇ ਵਪਾਰੀ ਨੇ, ਚਿੱਟੇ ਦੇ ਵਪਾਰੀ ਨੇ। ਜਿਹੜੇ ਇਹਦੇ ਜਿੰਨੇ ਬੋਰਡ ਲੱਗੇ ਆ ਸਾਰੇ ਬੋਰਡ ਇਹਨੇ ਸ਼ਰਾਬ ਮਾਫੀਆ ਲਾਏ ਆ। ਜਿਹੜਾ ਸ਼ਰਾਬ ਮਾਫੀਆ ਸੂਫੀ ਐਂਡ ਕੰਪਨੀ ਜਿਹਨੂੰ 11 ਕੇ 12 ਠੇਕੇ ਲਾਟ ਹੋਏ ਨੇ, ਪਰ ਮੇਰੇ ਹਿਸਾਬ ਨਾਲ 27-28 ਠੇਕੇ ਚਲਾ ਰਿਹਾ। ਇਹ ਸ਼ਰਾਬ ਮਾਫੀਆ ਜਿਹੜੇ ਇਹਦੇ ਬੋਰਡ ਲਗਾਉਂਦਾ ਇਹ ਫਿਰ ਕਿਹਨਾਂ ਦੇ ਕੰਮ ਕਰੂਗਾ? ਆਮ ਜਨਤਾ ਤੱਕ ਤਾਂ ਜਾਂਦਾ ਹੀ ਨਹੀਂ। ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਜਦੋਂ ਮੇਰੇ ਹੱਥ ਪਾਵਰ ਆਏਗੀ ਤਾਂ ਮੈਂ 3 ਰੁਪਏ ਯੂਨਿਟ ਬੱਤੀ ਦੇਵਾਂਗਾ। ਅੱਜ ਜਿੰਨੀ ਪਾਵਰ ਹੈ ਨਵਜੋਤ ਸਿੰਘ ਸਿੱਧੂ ਦੇ ਹੱਥ ਹੈ। ਇਹ ਸਾਰੇ ਸ਼ਹਿਰ ਨੂੰ ਪਤਾ ਹੈਗਾ, ਸਾਰੇ ਪੰਜਾਬ ਨੂੰ ਪਤਾ ਹੈ ਕਿ 3 ਰੁਪਏ ਯੂਨਿਟ ਬੱਤੀ ਹੋਈ। ਨਵਜੋਤ ਸਿੰਘ ਸਿੱਧੂ ਜੀ ਪੁੱਛਦਾ ਜਾਗਦਾ ਅਮੀਰ ਤੁਹਾਨੂੰ 3 ਰੁਪਏ ਯੂਨਿਟ ਬੱਤੀ ਕਦੋਂ ਦਿਓਗੇ? 3 ਮਹੀਨੇ ਰਹਿ ਗਏ ਸਰਕਾਰ ਨੂੰ। 3 ਰੁਪਏ ਯੂਨਿਟ ਬੱਤੀ ਕਦੋਂ ਦੇਵੋਗੇ? ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਮੈਂ ਘਰ ਘਰ ਰੁਜ਼ਗਾਰ ਦੇਵਾਂਗਾ। 2 ਮਹੀਨਿਆਂ 'ਚ ਦੱਸੋ ਨਵਜੋਤ ਸਿੰਘ ਸਿੱਧੂ ਜੀ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤੇ ਨੇ ਤੇ ਉਦੋਂ 3 ਮਹੀਨਿਆਂ 'ਚ ਕਿੰਨੇ ਲੋਕਾਂ ਨੂੰ ਦਿਓਗੇ? ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਰੇਤ ਮਾਫੀਆ, ਸ਼ਰਾਬ ਮਾਫੀਆ, ਇਹਨਾਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਜਾਏਗਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਅੱਜ 2 ਮਹੀਨੇ ਕਿੰਨੇ ਦਿਨ ਹੋ ਗਏ ਆ ਦੱਸੋ ਕਿਹੜੇ ਰੇਤ ਮਾਫੀਆ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ? ਸਾਰੇ ਰੇਤ ਮਾਫੀਆ, ਸਾਰੇ ਸ਼ਰਾਬ ਮਾਫੀਆ ਦੇ ਇਹਨਾਂ ਦੀਆਂ ਗੱਡੀਆਂ ਨਾਲ ਬਹਿ ਕੇ ਜਾ ਰਹੇ ਆ। ਇਹਨਾਂ ਦੇ ਸਰਬਾਲੇ ਹੀ ਸਾਰੇ ਉਹ ਬਣ ਗਏ ਆ ਕਿ ਇਹੋ ਜੀ ਸਰਕਾਰ, ਇਹੋ ਹੀ ਕਾਂਗਰਸ ਹੈ, ਜਿਹੜੇ ਇਹੋ ਹੀ ਗੰਦੀ ਨਾਲੀ ਦੇ ਕੀੜੇ ਲੀਡਰ ਹੈ ਜਿਹੜੇ ਇਹਨਾਂ ਨਾਲ ਰਲ ਗਏ ਨੇ। ਇਹਨਾਂ ਨੇ ਪੰਜਾਬ ਨੂੰ ਸਵੱਛ ਸ਼ਾਸਨ ਦੇਣਾ, ਇਹ ਕਦੇ ਨਹੀਂ ਦੇ ਸਕਦੇ। ਇਹ ਝੂਠੇ ਲਾਰੇ ਲਾਉਂਦੇ ਆ, ਝੂਠ ਦੇ ਪਲਿੰਦੇ ਆ। ਨਵਜੋਤ ਸਿੰਘ ਸਿੱਧੂ ਵੱਡਾ ਗੱਪੀ ਹੈ, ਇਹਨੂੰ ਅਸੀਂ ਗੱਪੀ ਦਾ ਅਵਾਰਡ ਦਿੰਦੇ ਆ। ਇਹਦੇ ਕੋਲ ਆਮ ਜਨਤਾ ਵਾਸਤੇ ਕੋਈ ਟਾਈਮ ਨਹੀਂ। ਇਹਨੇ ਕੁੱਛੜ ਲਿਆ ਸੀ ਜੋੜੇ ਫਾਟਕ ਦੇ ਜਿਹੜੇ ਉੱਥੋਂ ਦੇ ਲੋਕ ਹੈ ਜਿਨ੍ਹਾਂ ਨੇ ਜਿਹੜੇ ਲੋਕਾਂ ਦੀ ਮੌਤ ਹੋਈ ਸੀ, ਉਹ ਮੈਨੂੰ ਲੱਗਦਾ ਉਹ ਯਤੀਮ ਉਸੇ ਦਿਨ ਹੀ ਹੋ ਗਏ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਗੋਦ ਲਿਆ ਸੀ। ਕੋਈ ਉਹਨਾਂ ਨਾਲ ਧਿਆਨ ਨਹੀਂ ਦਿੱਤਾ ਇਹਦਾ। ਕਿਸੇ ਨੇ 6 ਮਹੀਨੇ ਬਾਅਦ ਜਾਂ 2 ਸਾਲ ਬਾਅਦ ਉਹਨਾਂ ਨੂੰ ਜਾ ਕੇ ਨਾ 4 ਪੱਤਰਕਾਰ ਲਿਆ ਕੇ ਤੇ ਵੀਡੀਓ ਬਣਾ ਕੇ ਕੋਈ ਨਾ ਕੋਈ ਉਹਨਾਂ ਦੇ
ਜ਼ਖਮ ਜਿਹੜੇ ਗਿਆ ਉਹਨਾਂ ਨੂੰ ਮਲਮ ਲਾ ਕੇ ਤੇ ਬਸ ਆਪਣੇ ਫੌਜ ਨੂੰ ਭੁੱਲ ਭਾਰਤ ਪਾਕ ਯੁੱਧ ਦੀ ਗੋਲਡਨ ਜੁਬਲੀ ਵਿੱਚ ਮਸ਼ਾਲ ਯਾਤਰਾ ਅੱਜ ਪਠਾਨਕੋਟ ਪਹੁੰਚੀ, ਜਿੱਥੇ ਬਾਰਡਰ ਖੇਤਰ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। इस खास मौके सन 1971 की जंग में शहीद हुए जवानों के परिवारक मैंबरों को सम्मानित भी किया गया। ये आपको पता है 16 दिसंबर 2020 को प्रधानमंत्री जी ने 4 मसाल अमर जवान ज्योति से प्रज्वलित करके भारत के चारों दिशाओं में भेजा। यह 1971 के जो भारत की जीत थी उसको सभी तक पहुंचाने के लिए इस मकसद से इसको चारों दिशाओं में भेजा गया। और आज यह बमियाल जो कि एक वीरों की भूमि है, जिसमें 1971 में इस इलाके से न केवल भारत के सेना के जवानों ने बल्कि लोकल्स ने भी इतना ज़्यादा प्रदर्शन दिखाया है, इतना ज़्यादा हौसला दिखाया है, जिसकी वजह से 1971 की लड़ाई में भारत की एक बेमिसाल जीत हुई और बांग्लादेश का जन्म हुआ। उस चीज़ को आज हम यहाँ पर सेलिब्रेट कर रहे हैं। यहाँ के जो जनगण हैं उन लोगों से मिल कर के जो वीर शहीद हैं उनके परिवारों से मुलाकात करके हम इस इलाके में आकर के अपने आप को गौरवशाली महसूस कर रहे हैं। और इन लोगों से मिल कर के इनके अगर कोई प्रॉब्लम्स हैं उनको सॉल्व करने की कोशिश करके हम अपने आप को गौरवान्वित महसूस कर रहे हैं कि हम इस इलाके में आए हैं और इस इलाके के वीर सैनिकों के परिवारों से मिल कर के इस सैलीब्रेशंस को पूर्ण कर रहे हैं। पूरे पंजाब विच डेंगू का प्रकोप वधदा जा रहा है। गल करते हैं श्री मुक्तसर साहिब की, जिथे 328 मरीजों की पुष्टि हो गई। दरअसल सिविल सर्जन दफ्तर के कोल रैड क्रॉस भवन के कोल जमा हुए पानी विच डेंगू का लार्वा पाया गया, जिथे दवाई का छिड़काव भी किया गया सी। जदों इस संबंध में सेहत महकमे नाल गल कीती तां उन्होंने कहा कि सेहत महकमे ने सारे पुख्ता प्रबंध कर लए हन। मुक्तसर जिले में डेंगू बहुत ज़्यादा फैल रहा है। गिद्दड़बाह सानू पता ही है जून तो काफ़ी केसिस आए हैं, जो कि हुण 124 हो चुके ने टोटल कन्फर्मड एलाइजा केसिस, तो मलोड़ दे विच 160 हो चुके ने। मुक्तसर विच हाले शुरुआती है, मुक्तसर च हाले 7-8 इनिशियल केस आए ने। साडियां टीमां मुक्तसर मलोड़ गिद्दड़बाह ब्रीडिंग चैकर इंसैक्ट कलैक्टर सारी टीम साढ़े SI MPHW घर घर जाते हैं। 200 घर लगभग रोज़ चैक किए जाते हैं। अगर उन्होंने घर लार्वा मिलता है तो उन्होंने चलान कट्टे जाते हैं। मुक्तसर जिले में 54 चलान मुक्तसर शहर में 29 मलोट में कट्टे जा चुके हैं और भी बहुत एफर्ट किए जा रहे हैं। कल ही सेहत विभाग की ADC राजदीप मैम की अगवाई हेठ मीटिंग हुई है वक्-वक् विभागों नाल, तो उनके विच एक स्ट्रैटेजी बनाई गई है मैम वालों कि हर शुक्रवार फ्राइडे ड्राइडे मनाया जाएगा तो वीरवार मुनियादी कराई जाएगी डेंगू तो बचने वास्ते। इस वास्ते लोगों को भी अपील की गई है कि अपने घरों के अगे पशुओं लिए पाए पानी नूं बदलते रहन या फिर पक्के सीमेंट के वैसल ना बनवाउण या गमले ना लगाउण। घरां उत्ते चिड़ियां या पंछियां वास्ते लगाए गए पानी नूं हर दूजे तीजे दिन बदलते रहन। ते इस तो इलावा बाकी भी कोई खाली टायर या बाल्टियां कोई भी वैसल छत्तां ते पए होण उन्हां नूं खाली करते रहन। श्री मुक्तसर साहिब की कोटली रोड ते रिहायशी खेतर विच रिलायंस कंपनी का मोबाइल टावर लगाउण नूं लैके हंगामा खड़ा हो गया। लोगों का कहना है कि कंपनी ने रातों रात टावर खड़ा कर दिता है, जिहड़ा कि गलत है। उन्होंने कहा कि 5G नाल पहला ही जाना चाह रही हैं। हाँ जी ਵੀਰ ਜੀ ਤੁਹਾਡਾ ਕੀ ਨਾਮ ਹੈ ਤੇ ਤੁਹਾਡੀ ਜਗ੍ਹਾ ਤੇ ਟਾਵਰ ਲੱਗ ਰਿਹਾ ਦਾ ਰੋਲਾ ਪਿਆ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ? मैं तो जनाब ये फटमा चाहता हूँ, मेरी जगह है मुंडा अनपढ़ है उसने लगवाया है बातों में आके नहीं इन मोहल्ले ना रहूँगा मिल के चलना है, इन्हें ना मरना इन्हें जीना, ये पट जाती है। मतलब ਤੁਹਾਨੂੰ ਪਤਾ ਨਹੀਂ ਇਸ ਬਾਰੇ? ना जी जनाब मुझे पता है 100 लगे बच्चे 100 का मुझे नहीं पता है कि साला एक कम पंगा पे जाऊगा नालो जी सहमत मोहल्ले नाल पक्का। ਕੀ ਨਾਮ ਹੈ ਜੀ ਤੁਹਾਡਾ ਤੇ ਕੀ ਰੋਲਾ ਹੈ? ਇਹ ਜੀ ਮੇਰਾ ਨਾਮ ਭੁਪਿੰਦਰ ਸਿੰਘ ਹੈ। ਇਹ ਕੋਟਲੀ ਰੋਡ ਏਰੀਆ ਜੀ ਤੇ ਸਾਰੇ ਮਹੱਲਾ ਨਿਵਾਸੀ ਘੱਟੋ ਘੱਟ 300 ਘਰ ਨਾਲ ਆ ਸਾਡੇ ਸਾਰਾ। ਬਾਲਮੀਕ ਬਸਤੀ ਹੈ ਜੀ ਕੋਟਲੀ ਰੋਡ, ਇਹ ਕਾਲੂ ਦੀ ਬਸਤੀ ਹੈ ਜੀ ਔਰ ਅਹੂਜਾ ਕਲੋਨੀ ਔਰ ਗੁਰੂ ਅੰਗਦ ਦੇਵ ਨਗਰ, ਇਹ ਸਾਰੇ ਏਰੀਏ ਨੂੰ ਇਹ ਜੀਓ ਦਾ ਟਾਵਰ ਲੱਗ ਰਿਹਾ ਜੀ ਇੱਥੇ 5G। ਕਿਉਂਕਿ ਸਾਨੂੰ ਕਨਫਰਮ ਤਾਂ ਨਹੀਂ ਗਾ ਵੈਸੇ 5G, ਪਰ ਲੇਟੈਸਟ ਅਪਡੇਟ ਇਹ ਹੈ ਵੀ ਇਹਨਾਂ ਨੇ 5G ਲਾਉਣੇ ਆ, ਕਿਉਂਕਿ 4G ਤਾਂ ਆਲਰੇਡੀ ਇੱਥੇ ਪਹਿਲਾਂ ਹੀ ਚੱਲ ਰਹੇ ਹੈਗੇ ਆ ਤੇ ਰੇਂਜਾਂ ਫੁੱਲ ਹੈ।
ਇਹ 5G ਦਾ ਟਾਵਰ ਲੱਗ ਰਿਹਾ ਜੀ, ਜਿਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਦੇ 'ਚ ਬਹੁਤ ਭੈੜੀਆਂ ਕਿਰਨਾਂ ਹੁੰਦੀਆਂ ਜਿਨ੍ਹਾਂ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ ਔਰ ਪਸ਼ੂਆਂ 'ਤੇ ਵੀ ਅਸਰ ਪੈਂਦਾ ਹੈ। ਚਿੜੀਆਂ ਜਾਨਵਰ ਘੋਂਸਲੇ ਬਣਾਉਣੇ ਬੰਦ ਕਰ ਦਿੰਦੇ ਆ। ਬਹੁਤ ਭੈੜਾ ਇਫੈਕਟ ਹੈ ਇਸ ਚੀਜ਼ ਦਾ। ਉਹਦੇ ਵਿਰੋਧ ਵਿੱਚ ਸਾਰਾ ਮਹੱਲਾ ਨਿਵਾਸੀ, ਸਾਰਾ ਸਾਡਾ ਕੋਟਲੀ ਰੋਡ ਸਮੂਹ ਨਗਰ ਇਕੱਠਾ ਹੈ। ਸਾਡਾ ਵਿਰੋਧ ਇਹ ਹੈ ਜੀ ਵੀ ਇਹ ਇੱਥੇ ਨਾ ਲਾਇਆ ਜਾਵੇ। ਅੱਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਬੱਸ ਸਟੈਂਡ ਤੇ 2 ਘੰਟੇ ਲਈ ਬੱਸਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਉਹ 6 ਅਕਤੂਬਰ ਨੂੰ ਗੇਟ ਰੈਲੀਆਂ ਕਰਕੇ 3 ਰੋਜ਼ਾ ਹੜਤਾਲ ਕਰਨਗੇ ਤੇ 12 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਹਾਂਜੀ ਵੀਰ ਜੀ, ਕੀ ਨਾਮ ਹੈ? ਮੇਰਾ ਨਾਮ ਤਰਸੇਮ ਸਿੰਘ ਹੈ, ਮੈਂ ਜਨਰਲ ਸਕੱਤਰ ਹਾਂ ਪਨਬਸ ਕੰਟਰੈਕਟ ਵਰਕਰ ਯੂਨੀਅਨ ਮੁਕਤਸਰ ਤੋਂ। ਵੀਰ ਜੀ, ਅੱਜ ਤੁਹਾਡੇ ਵੱਲੋਂ 2 ਘੰਟੇ ਬੱਸ ਅੱਡਾ ਬੰਦ ਕੀਤਾ ਗਿਆ, ਕੀ ਕਹਿਣਾ ਹੈ? ਇਹ ਜਲੰਧਰ ਦੇ ਵਿੱਚ ਜਿਹੜੀ 2 ਦਿਨ ਪਹਿਲਾਂ ਸਟੇਟ ਕਮੇਟੀ ਆਗੂਆਂ ਦੀ ਵਰਕਰਾਂ ਦੀ ਮੀਟਿੰਗ ਹੋਈ ਹੈ, ਜਿਹਦੇ 'ਚ ਫੈਸਲਾ ਲਿਆ ਗਿਆ ਕਿ ਜਿਹੜੀਆਂ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ, ਕਿਤੇ ਨਾ ਕਿਤੇ ਉਹਨਾਂ ਮੰਗਾਂ ਨੂੰ ਇੱਕ ਵਾਰੀ ਫਿਰ ਤੋਂ ਅਣਗੌਲਿਆ ਕੀਤਾ ਜਾ ਰਿਹਾ, ਜਿਹਦੇ 'ਚ ਮੈਨੇਜਮੈਂਟ ਵੱਲੋਂ ਇਹ ਬਹਾਨਾ ਬਣਾਇਆ ਜਾ ਰਿਹਾ ਕਿ ਜਿਹੜੇ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੀਗੇ ਉਹਨਾਂ ਦਾ ਅਸਤੀਫਾ ਆ ਗਿਆ ਤੇ ਜਿਹੜੀ ਕੈਬਨਿਟ ਆ ਉਹ ਭੰਗ ਹੋ ਗਈ ਹੈ ਤੇ ਜਿਹੜੀਆਂ ਤੁਹਾਡੀਆਂ ਫਾਈਲਾਂ ਭੇਜੀਆਂ ਗਈਆਂ ਸੀ, ਜਿਹੜੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ, ਉਹ ਇੱਕ ਵਾਰੀ ਫਾਈਲਾਂ ਵਾਪਸ ਆ ਗਈਆਂ। ਦੁਬਾਰਾ ਤੋਂ ਜਦੋਂ ਜਿਹੜੇ ਵੀ ਕੋਈ ਅਧਿਕਾਰੀ ਜਾਂ ਮੰਤਰੀ ਸੱਤਾ ਦੇ ਵਿੱਚ ਆਉਣਗੇ ਤਾਂ ਉਹਨਾਂ ਫਾਈਲਾਂ ਤੇ ਸਾਈਨ ਵਗੈਰਾ ਕਰਨਗੇ। ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਮੰਗਾਂ ਜਾਂ ਤੁਹਾਡੀ ਜਿਹੜੀ ਸਰਕਾਰ ਨਾਲ ਕੋਈ ਗੱਲਬਾਤ ਹੋਈ ਸੀਗੀ ਉਹਨਾਂ ਨੂੰ ਪੂਰਾ ਕੀਤਾ ਜਾਊਗਾ। ਉਹ ਪੂਰਾ ਨਾ ਹੋਣ ਦੇ ਕਾਰਨ ਜਿਹੜਾ ਮੁਲਾਜ਼ਮਾਂ ਦੇ ਵਿੱਚ ਵਿਰੋਧ ਆ, ਕਿਉਂਕਿ ਪਿਛਲੇ 15 ਸਾਲ ਤੋਂ ਕੰਮ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਮੁਲਾਜ਼ਮਾਂ ਪੱਖੀ ਕੋਈ ਸਰਕਾਰ ਤੋਂ ਕੋਈ ਹੁੰਗਾਰਾ ਮਿਲਦਾ, ਉਹਨਾਂ ਦੀ ਕੋਈ ਮੰਗ ਮੰਨੀ ਜਾਂਦੀ ਆ ਤਾਂ ਉਦੋਂ ਹੀ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਅਧਿਕਾਰੀ ਜਾਂ ਇਸ ਤਰ੍ਹਾਂ ਆਪਾਂ ਟਰਾਂਸਪੋਰਟ ਮੰਤਰੀ ਕਹਿ ਲਈਏ ਜਾਂ ਮੁੱਖ ਮੰਤਰੀ ਤੱਕ ਕਹਿ ਲਈਏ, ਕੋਈ ਨਾ ਕੋਈ ਬਦਲਾਅ ਕੀਤਾ ਜਾਂਦਾ, ਜਿਹਦੇ ਕਾਰਨ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਜਾਂਦਾ ਕਿ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾਂਦਾ ਉਹਨਾਂ ਨੂੰ। ਉਸ ਸੰਬੰਧ ਦੇ ਵਿੱਚ ਜਿਹੜਾ ਸਟੇਟ ਬਾਡੀ ਦੇ ਹੁਕਮ ਤੇ ਅੱਜ 2 ਘੰਟੇ ਜਿਹੜੇ ਬੱਸ ਸਟੈਂਡ ਬੰਦ ਦੀ ਕਾਰਡ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ। 27 ਤਰੀਕ ਨੂੰ ਜਿਹੜਾ ਕਿਸਾਨਾਂ ਵੱਲੋਂ ਭਾਰਤ ਬੰਦ ਕੀਤਾ ਜਾ ਰਿਹਾ, ਉਹਦੇ ਵਿੱਚ ਪਨਬਸ ਤੇ PRTC ਦੇ ਮੁਲਾਜ਼ਮਾਂ ਵੱਲੋਂ ਪੂਰੇ ਦਿਨ ਆਪਦਾ ਧਰਨੇ ਵਿੱਚ ਸ਼ਮੂਲੀਅਤ ਕਰਕੇ ਯੋਗਦਾਨ ਪਾਇਆ ਜਾਣਾ। 28 ਤਰੀਕ ਨੂੰ ਸ਼ਹੀਦ ਆਜਮ ਭਗਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਮਨਾ ਕੇ ਸ਼ਹਿਰ ਦੇ ਵਿੱਚ ਰੋਸ ਰੈਲੀ ਜਾਂ ਰੋਸ ਮਾਰਚ ਕੀਤੇ ਜਾਣੇ ਆ ਔਰ ਉਸ ਤੋਂ ਬਾਅਦ 6 ਤਰੀਕ ਨੂੰ ਗੇਟ ਰੈਲੀਆਂ ਕੀਤੀਆਂ ਜਾਣ 10ਵੇਂ ਮਹੀਨੇ ਦੇ ਵਿੱਚ ਤੇ 11, 12, 13 ਜਿਹੜੀ 3 ਬੀਤੇ ਸਮੇਂ ਦੀਆਂ ਚੀਜ਼ਾਂ ਨੂੰ ਕੋਈ ਬਿਰਲਾ ਹੀ ਸਾਂਭ ਕੇ ਰੱਖਦਾ ਹੈ, ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਝੁਨੀਰ ਦੇ ਪਿੰਡ ਲਾਲਿਆਂਵਾਲੀ ਦੇ ਗੁਰਜੀਤ ਸਿੰਘ ਦੀ ਗੱਲ ਹੀ ਕੁਝ ਹੋਰ ਹੈ, ਜਿਸ ਨੇ ਪੁਰਾਣੇ ਸਮੇਂ ਦੌਰਾਨ ਵਰਤੇ ਜਾਂਦੇ ਗੀਤਾਂ ਦੇ ਤਵੇ, ਸਪੀਕਰ, ਆਡੀਓ ਕੈਸਟਾਂ, ਸੰਗੀਤਕ ਸਾਜ਼ ਸੰਭਾਲ ਕੇ ਰੱਖੇ ਹੋਏ ਹਨ। ਪੇਸ਼ ਹੈ ਸਾਡੀ ਖਾਸ ਰਿਪੋਰਟ। 85-86 ਦੇ ਲੱਗੇ ਜੀ, ਉਦੋਂ ਪਿੰਡਾਂ ਜੰਨਾਂ ਜੁੰਨਾਂ ਆਉਂਦੀਆਂ ਦੇਖ ਕੇ ਬਸ ਸੁਭਾਅ ਪੈ ਗਈ ਜੀ। ਤੇ ਆਹ ਟੇਬਰ ਕੱਟ ਆ ਗਈਆਂ, ਰੇਡੀਓ ਆ ਗਏ ਜੀ, ਸੋਨੀਟੋਨ ਟੇਪ ਆ ਗਈ ਤੇ ਉਹ ਗ੍ਰਾਮੋਫੋਨ ਹੋ ਗਏ, ਸੋਕ ਬਾਂਸਲ ਸਾਹਮਣੇ ਉਹ ਮਸ਼ੀਨ ਦਿੱਤੀ ਆ ਜੀ। ਤੇ ਬਾਕੀ ਕੈਸਟਾਂ ਹੋ ਗਿਆ, ਰਿਕਾਰਡ ਹੋ ਗਿਆ ਜੀ 18-1900 ਰੁਪਏ। ਤੇ ਕੀ ਅੱਗੇ ਕੀ ਚੱਲ ਰਿਹਾ ਤੇ ਕਿੱਥੋਂ ਕਿੱਥੋਂ ਜਿਹੜਾ ਸਮਾਨ ਇਕੱਠਾ ਕੀਤਾ? ਇਹ ਜੀ ਝਨੀਰੋਂ, ਰਾਜਨੀਤੀ ਸਾਨੂੰ ਰਿਕਾਰਡ, ਰੋੜੀ ਤੋਂ, ਸੂਰਤਗੇ ਤੋਂ, ਸਾਹਨੇ ਵਾਲੀ ਤੋਂ ਤੇ ਐਂ ਬਹੁਤ ਪਿੰਡਾਂ ਤੋਂ ਇਕੱਠਾ ਕਰਿਆ ਸਮਾਨ ਜੀ। ਕੀ ਸੇਧ ਕੀ ਦੇਣਾ ਚਾਹੁੰਦੇ ਹੋ? ਸਿਹਤ ਹੈ ਜਾਂ ਨੌਜਵਾਨ ਪੀੜ੍ਹੀ ਨੂੰ ਵੀ ਅੱਜ ਕੱਲ੍ਹ ਗਾਣਿਆਂ 'ਚ ਹਥਿਆਰਾਂ ਦੀ ਗੱਲ ਹੁੰਦੀ ਆ, ਬੰਬਾਂ ਦੀ, ਹੋਰ ਨਸ਼ਿਆਂ ਦੀ, ਉਹ ਨਹੀਂ ਗੱਲ ਹੋਣੀ ਚਾਹੀਦੀ ਗਾਣੇ। ਸੱਭਿਆਚਾਰ ਪੰਜਾਬ ਦੀ ਧਰਤੀ ਬਾਰੇ, ਕਿਸਾਨਾਂ ਖਾਤਰ ਜੀ ਇਹ ਗੱਲ ਹੋਣੀ ਚਾਹੀਦੀ ਹੈ। ਗੀਤਕਾਰਾਂ ਨੂੰ ਵੀ ਇਹੀ ਬੇਨਤੀ ਕਰਦੇ ਜੀ ਆਉਣ ਵਾਲਿਆਂ ਨੂੰ। ਇਹਨਾਂ ਨੂੰ ਪਹਿਲੇ ਦਿਨ ਤੋਂ ਸ਼ੌਂਕ ਆ ਜੀ, ਬਚਪਨ ਤੋਂ ਹੀ ਸ਼ੌਂਕ ਆ। ਜਿਵੇਂ ਖੇਤੀਬਾੜੀ ਦਾ ਇਹ ਕਿਰਾਏ ਦਾ ਕੰਮ ਕਰਦੇ ਟਰੈਕਟਰਾਂ ਨਾਲ ਨਾਲ ਇਹ ਵੀ ਸ਼ੌਂਕ ਰੱਖਦੇ ਨੇ ਜੀ। ਜਿਵੇਂ ਕੈਸਟਾਂ ਪਈਆਂ ਇਹਨਾਂ ਕੋਲ ਸਾਰੀਆਂ ਜੀ, ਤਵੇ ਪਏ ਨੇਗੇ ਤੇ ਮਸ਼ੀਨਾਂ ਹੈਗੀਆਂ ਪੁਰਾਣੀਆਂ ਤਵੇ ਵਾਲੀਆਂ, ਪੱਥਰ ਵਾਲੇ ਤਵੇ ਚੱਲਦੇ ਇਹਨਾਂ 'ਤੇ। ਕੈਸਟਾਂ ਪਈਆਂ ਨੇ, ਕੈਸਟਾਂ ਤੋਂ ਬਾਅਦ ਜਿਵੇਂ ਹੁਣ ਚੁੱਪਾਂ ਨੇ, ਹੁਣ ਤਾਂ ਇਹ ਨਵਾਂ ਜ਼ਮਾਨਾ ਆ ਗਿਆ ਤੇ ਪਹਿਲਾਂ ਇਹ ਬਹੁਤ ਚੱਲਦੀਆਂ ਸੀਗੀਆਂ ਜੀ। ਜਿਵੇਂ ਹੁਣ ਕਿਸੇ ਦੇ ਪਿੰਡ ਦੇ ਵਿੱਚ ਜਾਂ ਲਾਗੇ ਪਿੰਡ, ਜਿਵੇਂ ਹੁਣ ਇਹਨਾਂ ਦਾ ਸਰਕਲ ਹੈਗਾ ਜੀ 15-16 ਪਿੰਡਾਂ ਦੇ ਵਿੱਚ, ਜੇ ਕਿਸੇ ਦੇ ਵਿਆਹ ਸ਼ਾਦੀ ਆ ਜਾਂ ਕੋਈ ਸੱਤ ਪੈਂਦੀ ਹੈ ਕਿਸੇ ਕੋਠੀ ਦੀ, ਤੇ ਉੱਥੇ ਜੇ ਸਾਨੂੰ ਕੋਈ ਆ ਕੇ ਕਹਿੰਦਾ, ਕਿਸੇ ਨੂੰ ਸ਼ੌਂਕ ਹੁੰਦਾ ਵੀ ਸਾਡੇ ਲਾਓ ਇਹ ਪ੍ਰੋਗਰਾਮ ਹੈ ਸਾਡੇ, ਤਾਂ ਉੱਥੇ ਅਸੀਂ ਲਾਉਣੇ ਵੀ ਆ, ਜਾ ਕੇ ਜਾਂਦੇ ਨੇ ਇਹ, ਸਾਨੂੰ ਵੀ ਨਾਲ ਲੈ ਜਾਂਦੇ ਕਿਸੇ ਯਾਰ ਮਿੱਤਰ ਨੂੰ, ਕਦੇ ਮੈਂ ਵੀ ਵਗ ਜਾਣਾ, ਕਦੇ ਕੋਈ ਮੁੰਡਾ ਹੋਰ ਵੀ ਵਗ ਜਾਂਦਾ ਜੀ। ਉੱਥੇ ਲਾਉਣੇ ਆ ਜੀ, ਪੈਸਾ ਪੂਸਾ ਕਿਸੇ ਤੋਂ ਲੈਂਦਾ, ਬਸ ਸ਼ੌਂਕ ਦਾ ਉੱਥੇ ਲਾ ਦਿੰਦੇ ਆ 2-4 ਘੰਟੇ। ਕਿਸੇ ਦੇ ਵਿਆਹ 'ਚ ਵੀ ਜਾਂਦੇ ਆ, ਮਾਨਸਾ ਵੀ ਕਈ ਵਾਰੀ ਲਾਇਆ ਜੀ, ਅਤੇ ਲਾਗੇ ਪਿੰਡਾਂ 'ਚ ਵੀ ਜਾਂਦੇ ਆ ਜੀ। ਸ਼੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਕੋਲ ਵੱਖ-ਵੱਖ ਜਥੇਬੰਦੀਆਂ ਵੱਲੋਂ ਸੈਂਟਰਲ ਬਾਲਮੀਕੀ ਸਭਾ ਇੰਡੀਆ ਦੇ ਪੰਜਾਬ ਚੇਅਰਮੈਨ ਲੱਖਾ ਸਿੰਘ ਵਲਟੋਆ ਦੀ ਅਗਵਾਈ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਿੰਡ ਧੂਲਕੋਟ ਨਿਵਾਸੀ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਦੱਸਦੀ ਕਿ ਸਾਰਾ ਮਸਲਾ ਜਾਤੀ ਸੂਚਕ ਬੋਲਣ ਦਾ ਹੈ। ਜੈ ਭੀਮ, ਜੈ ਭਾਰਤ। ਮੈਂ ਲੱਖਾ ਸਿੰਘ ਚੇਅਰਮੈਨ ਵਲਟੋਆ ਸੈਂਟਰ ਬਾਲਮੀਕ ਸਭਾ ਵੱਲੋਂ ਪੰਜਾਬ ਚੇਅਰਮੈਨ
3 ਲੋਕ ਸਭਾ ਹਲਕਾ ਸਫਾਈ ਕਰਮਚਾਰੀ ਸਰਕਾਰੀ ਕਮਿਸ਼ਨ ਸ੍ਰੀ ਗਿੱਜਾ ਰਾਮ ਜੀ ਵੱਲੋਂ, ਜੋ ਕਿ ਅੱਜ ਮੁਕਤਸਰ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਐਸਐਸਪੀ ਸਾਹਿਬ ਨੂੰ ਨੋਮੀਨੇਟਰ ਦੇਵਾਂਗੇ, ਜਿਹੜੇ ਸਬੰਧ ਦੇ ਵਿੱਚ ਗੁਰਪ੍ਰੀਤ ਸਿੰਘ ਸੰਧੂ ਧੂੜਕੋਟ ਦਾ, ਜਿਸ ਨੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਜਾਤੀ ਦੇ ਖਿਲਾਫ ਬੋਲਿਆ ਆ, ਅਸੀਂ ਇਹਦਾ ਪਰਚਾ ਕਰਵਾਵਾਂਗੇ। ਜੇਕਰ ਇਹ 'ਤੇ ਪਰਚਾ ਨਾ ਹੋਇਆ ਤੇ ਅਸੀਂ ਪੂਰਾ ਮੁਕਤਸਰ ਦੇ ਵਿੱਚ ਜਾਮ ਕਰਾਂਗੇ। ਗਾਂ ਤੋਂ ਇਹੋ ਜਿਹਾ ਬੰਦਾ ਜਿਹੜਾ ਕੋਈ ਮਾੜੀ ਸਤਾਵਲੀ ਨਾ ਬੋਲੇ। ਜੇ ਕਿ ਇੱਕ ਮੁੱਖ ਮੰਤਰੀ ਸਾਹਿਬ ਨੂੰ ਬੋਲ ਸਕਦਾ ਤੇ ਬਾਕੀ ਹੋਰ ਗਰੀਬਾਂ ਦਾ ਕੀ ਹਾਲ ਕਰਦਾ ਹੋਊਗਾ। ਵੇਖੋ, ਇਸ ਮਜਬੀ ਸਿੰਘ ਕੌਮ ਦੀਆਂ ਕਿੰਨੀਆਂ ਕੁਰਬਾਨੀਆਂ ਨੇ। ਬਾਬਾ ਜੀਵਨ ਸਿੰਘ ਸੀਸ ਲਿਆਇਆ, ਉਹ ਵੀ ਮਜਬੀ ਸਿੰਘਾਂ ਦਾ। ਬਾਬਾ ਦੀਪ ਸਿੰਘ ਨੇ ਕਿੱਡੀ ਕੁਰਬਾਨੀ ਕੀਤੀ, ਉਹ ਵੀ ਮਜਬੀ ਸਿੰਘਾਂ ਦੇ। ਰਿਸ਼ੀ ਬਾਲਕ ਭਗਵਾਨ ਮਹਾਰਾਜ ਨੇ ਕਿੰਨੀ ਕੁਰਬਾਨੀ ਕੀਤੀ, ਉਹ ਵੀ ਮਜਬੀ ਸਿੰਘਾਂ ਦੇ। ਜਦੋਂ ਕਿ ਗੁਰੂ ਮਹਾਰਾਜ ਜੀ ਨੇ ਸੀਸ ਲਿਆਂਦਾ, ਉਦੋਂ ਇਹ ਵੱਡੇ ਸਥਾਨ ਕਿੱਥੇ ਸੀਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇੱਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਉੱਥੇ ਹੀ ਕਿਸਾਨ ਸੰਯੁਕਤ ਮੋਰਚੇ ਦੇ ਦਿੱਤੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਮਾਨਸਾ ਵੱਲੋਂ ਦਾਣਾ ਮੰਡੀ ਤੋਂ ਲੈ ਕੇ ਭਿੱਖੀ ਤੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ। ਖੇਤੀ ਵਿਰੋਧੀ ਕਾਨੂੰਨ ਸਰਕਾਰ ਨੇ ਲਿਆਂਦੇ ਕੇਂਦਰ ਦੀ ਨੇ, ਜਿਹਦੇ ਖਿਲਾਫ 1 ਸਾਲ ਹੋ ਗਿਆ ਲੜਦਿਆਂ ਨੂੰ। ਤਾਂ ਇਸ ਤੋਂ ਪਹਿਲਾਂ 2 ਵਾਰ ਭਾਰਤ ਬੰਦ ਦੇ ਸੱਦੇ ਆਏ ਹੈ। ਸ਼ਹਿਰੀ ਵਰਗ ਦੇ ਲੋਕਾਂ ਨੇ, ਵਪਾਰੀ ਵਰਗ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ। ਹੁਣ 27 ਤਰੀਕ ਨੂੰ ਫਿਰ ਦੁਬਾਰਾ ਸੰਯੁਕਤ ਮੋਰਚੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਗਾ, ਜਿਹਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਨੇ। ਅੱਜ ਅਸੀਂ ਸ਼ਹਿਰ ਨਿਵਾਸੀਆਂ ਨੂੰ ਪੁਰਜੋਰ ਅਪੀਲ ਕਰਨ ਜਾ ਰਹੇ ਹਾਂ ਕਿ ਕਿਸਾਨ ਜੇ ਮਾਰਿਆ ਗਿਆ ਤਾਂ ਸਾਰਾ ਕਾਰੋਬਾਰ ਖਤਮ ਹੋਊਗਾ। ਇਸ ਲਈ ਸਾਂਝੀ ਲੜਾਈ ਬਣਦੀ ਹੈ। 27 ਦੇ ਭਾਰਤ ਬੰਦ ਦੇ ਸੱਦੇ ਨੂੰ ਉਹ ਲਾਗੂ ਕਰਨ, ਦੁਕਾਨਾਂ ਬੰਦ ਰੱਖਣ, ਰੋਸ ਮੁਜ਼ਾਹਰੇ ਕਰਨ, ਅਪੀਲ ਕਰਨ ਵਾਸਤੇ ਮੋਟਰਸਾਈਕਲ ਮਾਰਚ ਕਰਨ। ਜੇਕਰ ਸਮਾਜ ਸੇਵੀ ਨਾ ਹੋਣ ਤਾਂ ਸ਼ਾਇਦ ਅਜਿਹੇ ਪਰਿਵਾਰ ਰੁੱਲ ਜਾਣ ਜਿਨ੍ਹਾਂ ਦਾ ਬਾਪ ਵੀ ਬਚਪਨ 'ਚ ਸਾਥ ਛੱਡ ਗਿਆ ਹੁੰਦਾ ਹੈ। ਅਜਿਹਾ ਹੀ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧੰਦੋਈ ਵਿਖੇ ਰਹਿੰਦਾ ਹੈ। ਬਾਪ ਦੀ ਮੌਤ ਤਾਂ 9 ਸਾਲ ਪਹਿਲਾਂ ਹੋ ਚੁੱਕੀ ਸੀ ਤੇ 3 ਸਾਲ ਪਹਿਲਾਂ ਰੱਬ ਨੇ ਘਰ ਦੀ ਛਾਤੀ ਖੋਹ ਲਈ। ਜ਼ਿਕਰ ਹੈ ਕਿ ਕਿਸੇ ਵੀ ਮੁਹੱਤਬਰ ਬੰਦੇ ਨੇ ਅੱਜ ਤੱਕ ਮਦਦ ਨਹੀਂ ਕੀਤੀ। ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਸਰਕਾਰ ਮਦਦ ਕਰੇ। ਜੋ ਕਿ ਪਰਿਵਾਰ ਦੇ ਹਾਲਾਤ ਸੰਗਤ ਨੇ ਵੇਖ ਹੀ ਲਏ ਆ। ਜਿਹੜਾ ਪਰਿਵਾਰ ਆ 10 ਰੁਪਏ ਮੇਰੇ ਸਾਹਮਣੇ ਇੱਕ ਦਿਨ ਦੀ ਦਿਹਾੜੀ 4 ਮੈਂਬਰ ਆ, 40 ਰੁਪਏ ਦਿਹਾੜੀ ਮਿਲਦੀ ਆ। ਬਹੁਤ ਹੀ ਮਾੜੇ ਹਾਲਾਤ ਆ। ਕਈ ਲੋਕ ਇੱਥੇ ਦਾਅਵੇ ਕਰਦੇ ਆ ਕਿ ਅਸੀਂ ਬਹੁਤ ਪਿੰਡਾਂ ਦੇ ਵਿੱਚ ਬਹੁਤ ਕਾਰਜ ਕੀਤੇ ਆ, ਬਹੁਤ ਅਸੀਂ ਪਿੰਡ ਦੇ ਵਿੱਚ ਮਦਦ ਕੀਤੀ ਆ, ਪਰ ਇੱਥੇ ਜੇ ਆਪਾਂ ਵੇਖੀਏ ਤੇ ਜਿਹੜੇ ਪਰਿਵਾਰ ਦੇ 3 ਸਾਲ ਹੋ ਗਏ ਆ, 2 ਕਮਰੇ ਆ ਤੇ ਦੋਵਾਂ ਦੇ ਬਾਲੇ ਡਿੱਗੇ ਹੋਏ ਆ। ਤੇ ਜਿਹੜਾ ਪਰਿਵਾਰ ਆ ਪਹਿਲਾਂ ਗੁਰਦੁਆਰਾ ਸਾਹਿਬ ਰਹਿੰਦਾ ਸੀ, ਗੁਰਦੁਆਰਾ ਸਾਹਿਬ ਰਹਿਣ ਤੋਂ ਬਾਅਦ ਹੁਣ ਕਿਸੇ ਦੇ ਘਰ ਰਹਿੰਦਾ ਤੇ ਹੁਣ ਇੰਨਾ ਔਖਾ ਹੋ ਗਿਆ ਕਿ ਛੋਟੇ ਛੋਟੇ ਬੱਚੇ ਆ, ਜਦੋਂ ਲੋਕ ਜਾਂ ਆਪਾਂ ਕਹਿ ਲਈਏ ਜਾਂ ਲਾਗੋ ਪਿੰਡ ਕਹਿ ਲਈਏ ਗਲੀਆਂ ਵਿੱਚੋਂ ਤਾਨੇ ਵਜੇ ਤੇ ਨਹੀਂ ਕਿਸੇ ਦੇ ਘਰ ਰਿਹਾ ਜਾਂਦਾ। ਛੋਟੀ ਜੀ ਗੁੜੀਆ ਵਾ, ਉਹ ਜਿਹੜੀ ਗੁੜੀਆ ਵਾ ਉਹ ਵਿਚਾਰੀ ਬੌਕਰ ਫੇਰਦੀ ਆ, ਕਿਸੇ ਦੇ ਘਰ ਗੋਹਾ ਸੁੱਟਦੀ ਆ। ਤੇ ਜਿਹੜਾ ਇੱਕ ਬੇਟਾ ਵਾ ਉਹ ਵੀ ਗੋਹਾ ਸੁੱਟਦਾ ਵਾ। ਜਿਹੜਾ ਇੱਕ ਬੇਟਾ ਉਹਨਾਂ ਦੀ ਮੱਝਾਂ ਚਾਰਦਾ ਵਾ ਤੇ ਮੱਝਾਂ ਚਾਰਦੇ ਤੇ ਇਹਨਾਂ ਨੂੰ ਮਹੀਨੇ ਦਾ 1000 ਰੁਪਈਆ ਮਿਲਦਾ ਵਾ। 1000 ਰੁਪਈਏ ਦੇ ਵਿੱਚ ਵੇਖੋ ਕਿੱਦਾਂ ਗੁਜ਼ਾਰਾ ਹੁੰਦਾ। ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਵਾ ਕਿ ਆਪਾਂ ਜਿਹੜੀ ਇਹ ਸਰਕਾਰੀ ਸਕੂਲਾਂ ਵਿੱਚ ਬੱਚੇ ਫ੍ਰੀ ਪੜ੍ਹਾ ਰਹੇ ਆ, ਇੱਕ ਪਾਸੇ ਇਹਨਾਂ ਪਰਿਵਾਰ ਕੋ ਫੀਸ ਲਈ ਜਾ ਰਹੀ ਆ, 2000 ਰੁਪਈਆ ਫੀਸ ਲਈ ਹੈ ਪਰਿਵਾਰ ਕੋ। ਤੇ ਕਿਸੇ ਵੇਲੇ ਫੀਸ ਨਾ ਤਰਨ ਕਰਕੇ ਬੱਚੇ ਪੜ੍ਹਾਈ ਵੀ ਨਹੀਂ ਕਰਦੇ, ਨਹੀਂ ਜਾਇਆ ਜਾਂਦਾ। ਤੇ ਹਾਲਾਤ ਇੰਨੇ ਮਾੜੇ ਕਿ ਇੱਕ ਪਾਸੇ ਸਰਪੰਚ ਕਹਿੰਦਾ ਕਿ ਅਸੀਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਲੈਟਰਿੰਗਾਂ ਬਣਾਈਆਂ ਗਰੀਬ ਪਰਿਵਾਰਾਂ ਦੀਆਂ, ਬਹੁਤ ਸਾਰੇ ਕੱਚੇ ਤੋਂ ਪੱਕੇ ਮਕਾਨ ਬਣਾਏ ਆ। ਪਰ ਮੇਰੇ ਹਿਸਾਬ ਨਾਲ ਅੱਜ ਤੱਕ ਅਸੀਂ ਜਿੰਨੇ ਵੀ ਥਾਵਾਂ ਤੇ ਗਏ ਆ, ਕੋਈ ਇੱਕ ਸਰਪੰਚ ਬਾਂਹ ਖੜੀ ਕਰਕੇ ਕਹਿ ਦੇ ਕਿ ਅਸੀਂ ਗਰੀਬ ਪਰਿਵਾਰ ਕਿਸੇ ਦੀ ਲੈਟਰਿੰਗ ਬਣਾਈਆਂ ਜਾਂ ਕੱਚੇ ਤੋਂ ਪੱਕੇ ਮਕਾਨ ਬਣਾਏ ਆ। ਬਾਕੀ ਜੇ ਪਿੰਡ 'ਚ ਆਵੇ 2000 ਦੇ ਲਾਗੇ ਮੇਰੇ ਨਾਲ ਪਿੰਡ ਦੀ ਵੋਟ ਹੋਊਗੀ, ਜੇ 100 ਰੁਪਈਆ ਕਰਕੇ ਵੀ ਪਰਿਵਾਰ ਦੀ ਪਿੰਡ ਮਦਦ ਕਰਦੇ ਤੇ ਕਿਉਂ ਨਹੀਂ ਮਦਦ ਹੋ ਸਕਦੀ। ਪਿਆਰ ਦੇ ਚੱਕਰ ਵਿੱਚ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਇਆ ਦੀਪ ਮਠਾੜੂ ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪਰਿਵਾਰ ਮੁਤਾਬਕ ਉਹਨਾਂ ਦਾ ਬੇਟਾ USA ਦੀ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਤੇ ਉਸਨੇ ਵਿਆਹ ਦਾ ਲਾਰਾ ਲਗਾਇਆ ਹੋਇਆ ਸੀ, ਪਰ ਲੜਕੀ ਨੇ ਕਿਸੇ ਹੋਰ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਦੁੱਖ ਵਜੋਂ ਦੀਪ ਮਠਾੜੂ ਨੇ ਸਲਫਾਸ ਖਾ ਲਈ ਤੇ ਹੁਣ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਯਾਰ ਮੈਂ ਨਾ ਹਰਜੋਤ ਨਾਲ ਨਾ ਸਾਲ ਹੋ ਗਿਆ ਪੂਰਾ। ਅੱਜ 28 ਤਰੀਕ ਨੂੰ ਨਾ 28 ਨੂੰ ਸਾਲ ਹੋ ਜਾਣਾ ਗੱਲ ਕਰਦਿਆਂ। ਸਾਲ ਹੋ ਜਾਣਾ ਮੈਨੂੰ ਨਾ, ਸਾਲ ਹੋ ਜਾਣਾ ਮੈਨੂੰ ਨਾ 28 ਤਰੀਕ ਨੂੰ ਨਾ ਗੱਲ ਕਰਦਿਆਂ ਤੇ ਇਹਨਾਂ ਨੇ
ਤੇ ਇਹਨੇ ਨਾ ਮੇਰਾ ਨਾ ਬੜਾ ਫੋਨ ਕੀਤਾ, ਇਹਨੇ ਨਹੀਂ ਮੰਨੀ ਮੇਰੀ ਗੱਲ। ਇਹਦਾ ਫੋਨ ਬਿਜੀ ਆਉਂਦਾ ਰਿਹਾ। ਨਵਾਂ ਮੁੰਡਾ ਕੋਈ ਰੱਖ ਲਿਆ ਇਹਨੇ, ਤੇ ਮੈਂ ਜ਼ਹਿਰ ਖਾਲੀ ਗੁੱਸੇ 'ਚ ਮੈਂ 1000 ਮੈਸੇਜ ਕੀਤੇ, ਇਹਨੇ ਇਗਨੋਰ ਮਾਰਤਾ ਲੈ ਵੀ। ਇਹਨੇ ਮੇਰੇ ਮੈਸੇਜ ਨਹੀਂ ਸੀਨ ਕੀਤੇ। ਮੈਂ ਤਰਲੇ ਮਾਰੇ, ਬੜੇ ਹੱਥ ਜੋੜਦਾ ਸੀ। ਮਨਿੰਦਰ ਮੁੰਡਾ ਵਾ ਸਨੈਪਚੈਟ ਤੇ ਜਿਹੜਾ ਇਹਨਾਂ ਐਡ ਵਾ, ਉਹ ਇਹਦਾ ਭਰਾ ਬਣਿਆ ਤੇ ਉਹਨੇ ਸਾਰੇ ਕੰਮ ਕੀਤੇ ਆ। ਮੁੜ ਕੇ ਸੈੱਟ ਹੋ ਗਿਆ ਇਹਦੇ ਨਾਲ। ਆਹ ਚੱਕਰ ਕੀਤਾ ਸਾਰਾ। ਲੜਕੀ ਜਲੰਧਰ ਦੀ ਰਹਿਣ ਵਾਲੀ। ਮੈਂ ਸਲਫਾਸ ਖਾਧੀ ਆ, ਇਹਨੂੰ ਮੈਂ ਫੋਟੋਆਂ ਭੇਜੀਆਂ, ਇਹਨੇ ਇਗਨੋਰ ਮਾਰਿਆ ਬਹੁਤ। ਜਲੰਧਰ ਦੀ ਆ, ਉਹਦਾ USA ਰਹਿੰਦੀ ਆ ਵੀ, ਔਰ ਸ਼ਿਕਾਗੋ ਰਹਿੰਦੀ ਉਹ। ਮਾਂ ਬਾਪ ਨੂੰ ਪਤਾ, ਮੈਂ ਫੋਟੋ ਵੀ ਬਣਾਈ ਆ, ਵਿਆਹ ਵੀ ਹੋ ਜਾਣਾ ਉਹਦੇ ਮਾਂ ਪਿਓ ਨੂੰ ਪਤਾ। ਇੱਧਰ ਮੇਰੇ ਨੂੰ ਪਤਾ, ਇਹਦੇ ਪਿਓ ਨੂੰ ਮੈਂ ਫੋਨ ਲਾਇਆ, ਉਹ ਕਹਿੰਦਾ ਭੈਣ ਜਿੱਦਾਂ ਤੂੰ ਕਿ ਫੋਨ ਬਾਰ-ਬਾਰ ਕਰੀ ਜਾਣਾ। ਮੈਂ ਤੁਹਾਡੀ ਕੁੜੀ 2-2 ਜਾਣਿਆਂ ਨਾਲ ਗੱਲਾਂ ਕਰਨ ਦੀ ਆ ਵੀ। ਇਹਨਾਂ ਨੇ ਮੇਰੀ ਗੱਲ ਇੱਕ ਨਹੀਂ ਸੁਣੀ। ਹੈ ਤਾਂ ਸਹੀ, 2 ਮੇਰੀ ਮਾਂ ਦੇ ਅੱਗੇ ਪੁੱਤ ਮਰ ਗਏ, ਤੀਜਾ ਮੈਂ ਰਹਿ ਗਿਆ ਯਾਰ। ਹਾਂਜੀ, ਸਾਡੇ ਕੋਲ ਦੀਪ ਮਦਾਰੂ ਕਰਕੇ ਪੇਸ਼ੈਂਟ ਆਇਆ 12:30 ਵਜੇ, ਤੇ ਇਹਨੇ ਕੋਈ ਅਨਨੋਨ ਮਤਲਬ ਪੋਇਜ਼ਨ ਲਈ ਹੈ, ਉਹਦੇ ਕਰਕੇ ਸਾਡੇ ਹਸਪੀਟਲ ਐਡਮਿਟ ਹੋਏ ਆ। ਹੁਣ ਆਪਾਂ ਗੈਸਟ੍ਰਿਕ ਲਿਵਾਜ ਕੀਤਾ ਆ, ਅੰਦਰ ਰਾਈਲ ਟਿਊਬ ਪਾ ਕੇ ਪੇਟ ਸਾਫ਼ ਕੀਤਾ ਆ। ਪੇਸ਼ੈਂਟ ਦੀ ਥੋੜੀ ਕੰਡੀਸ਼ਨ ਹਜੇ ਸਟੇਬਲ ਹੈਗੀ ਆ, ਤੇ ਅੱਗੇ ਇਸ ਪੋਇਜ਼ਨ ਕਰਕੇ ਕਈ ਵਾਰੀ ਮਤਲਬ ਸਾਹ ਲੈਣ 'ਚ ਦਿੱਕਤ ਆ ਸਕਦੀ ਹੈ, ਔਰ ਪੇਸ਼ੈਂਟ ਨੂੰ ਇੰਟੂਬੇਟ ਕਰਨ ਦੀ ਲੋੜ ਪੈਂਦੀ ਹੈ। ਇਸ ਕਰਕੇ ਆਪਾਂ ਪੇਸ਼ੈਂਟ ਨੂੰ ਜਿਹੜਾ ਰੈਫਰ ਕਰਾਂਗੇ। ਹੁਣ ਸਮਝ ਨਹੀਂ ਲੱਗਦੀ ਪਈ, ਬੜੇ ਕੀ ਸਾਡਾ ਕਰਦੇ ਹੁਣ ਉੱਤੜ ਜਾਣਾ ਜਾ। ਮਹਾਰਾਜ ਯਾਰ, ਅੱਗਾ ਬਾਬਾ ਨਾਨਕ ਇਹਨੇ ਔਰ ਜੋ ਨਹੀਂ ਇਹਦੀ ਗੱਲਬਾਤ ਚੱਲਦੀ ਹੈ, ਕਦੀ ਦੰਦ ਵੀ ਕਰਦੀ ਆ, ਮੋਹ ਪਿਆਰ ਕਰਦੇ ਆ। ਉਹ ਵੀ ਕਹਿੰਦੀ ਵਿਆਹ ਕਰਾਉਣਾ। ਇਹ ਵੀ ਉਹਦੇ ਪਿਤਾ ਦਾ ਵੀ ਫੋਨ ਆਇਆ ਜੀ, ਉਹਦੀ ਦਾਦੀ ਦਾ ਵੀ ਇੱਕ ਵਾਰੀ ਆਇਆ। ਮੈਂ ਕਿਹਾ ਜਿੱਦਾਂ ਕਹਿੰਦੇ ਤੁਹਾਨੂੰ ਇਹ ਹਟਦਾ ਨਹੀਂ ਗੱਲਾਂ ਕਰਦਾ। ਮੈਂ ਮੈਨੂੰ ਹੁਣ ਪਤਾ ਨਹੀਂ ਇਹ ਕਰਦਾ ਕਿ ਜਾਂ ਉਹ ਕਰਦੀ, ਪਰ ਮੈਨੂੰ ਸਮਝ ਨਹੀਂ। ਪਰ ਅੱਜ ਲੱਗਦਾ ਮੇਰਾ ਪੁੱਤ ਸਾਡੇ ਚੱਲ ਜਾਣਾ ਲੱਗਦਾ। ਅਸੀਂ ਕੀ ਕਰਾਂਗੇ, ਕੀ ਕਰਦੇ ਰਹਾਂਗੇ। ਕੀ ਗੱਲ ਹੋਈ ਸਾਰੀ? ਚੁੱਪ ਕਰਕੇ ਗੱਲ ਕਰ। 3-4 ਦਿਨ ਹੋ ਗਏ ਹੁਣ ਦੀ ਗੱਲ ਹੋਰ ਕਿ ਨਾ ਕਰਦੀ ਇਹਨੇ ਅੱਜ ਜੇਬ 'ਚ ਡਰਮ 'ਚੋਂ ਕੱਢ ਕੇ ਪਾਈ। ਬੜੀ ਮੈਂ ਖੋ ਕੇ ਵੀ ਖੋਈ। ਇਹਨੇ ਮੈਂ ਅੰਦਰ ਨੂੰ ਗਈ, ਬਸ ਜਰਾ ਕੇ ਮੂੰਹ 'ਚ ਪਾ ਲਈ। ਅੰਦਰ ਕੁੜੀ ਦੇ ਮਗਰ ਲੱਗ ਕੇ ਉਹਨੇ ਨਵਾਂ ਨੰਬਰ ਕੋਈ ਲੈ ਲਿਆ, ਹੋਰ ਕਿਹਨਾਂ ਗੱਲ ਕਰਨ ਦਾ ਵੀ। ਇਹ ਆਂਦੇ ਵੀ ਮੇਰੇ ਨਾਲ ਵਿਆਹ ਦੇ ਵਾਅਦੇ ਕਰਕੇ ਸਾਰੇ ਕੁਛ ਕਰਕੇ ਹੁਣ ਹੋਰ ਕੋਈ ਇਹਨੇ ਹੋਰ ਕਿਹ ਨਾਲ ਕਿਉਂ ਗੱਲ ਕਰਦੀ ਹੈ। ਤੁਹਾਨੂੰ ਪਤਾ ਸੀ ਕਿ ਲੜਕੀ ਨਾਲ ਗੱਲਬਾਤ ਤੁਹਾਡੀ ਗੱਲ ਹੋਈ ਸੀ ਲੜਕੀ ਨਾਲ? ਹਾਂਜੀ ਮੈਨੂੰ ਤਾਂ ਪਤਾ। ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਵਾਅਦੇ ਯਾਦ ਕਰਵਾਉਣ ਲਈ ਜਾਗਣਾ ਜ਼ਮੀਰ ਵੱਲੋਂ ਨਵਜੋਤ ਸਿੱਧੂ ਦਾ ਸਾੜਿਆ ਪੁਤਲਾ। ਭਾਰਤ ਪਾਕ ਯੁੱਧ ਦੀ ਵਿਜੇ ਮਸ਼ਾਲ ਯਾਤਰਾ ਦਾ ਕੀਤਾ ਪਠਾਨਕੋਟ ਵਿੱਚ ਸਵਾਗਤ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੀ ਜਗ੍ਹਾ ਹੋਣ ਲੱਗਾ ਵਿਰੋਧ। ਮੁਲਾਜ਼ਮਾਂ ਨੇ ਖੋਲਿਆ ਮੋਰਚਾ। ਖੰਨਾ ਵਾਸੀਆਂ ਨੇ ਰੇਲ ਗੱਡੀਆਂ ਦੇ 4 ਰੂਟ ਬੰਦ ਨੂੰ ਮੁੜ ਖੋਲਣ ਦੀ ਲਗਾਈ ਗੁਹਾਰ। ਪਿੰਡ ਟੋੜਾ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਮਨਾਇਆ ਗਿਆ ਜਨਮ ਦਿਨ। ਬਟਾਲਾ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਤੇ ਜ਼ਿਮੀਂਦਾਰਾਂ ਨੇ ਕੀਤਾ ਹਮਲਾ। ਅਤੇ ਇਲਾਜ ਪੱਖੋਂ ਮੰਜੇ ਤੇ ਤੜਫ ਰਹੇ ਗੁਰਸਿੱਖ ਗ੍ਰੰਥੀ ਸਿੰਘ ਦੀ ਦਰਦ ਕਹਾਣੀ ਤੇ ਖਾਸ ਰਿਪੋਰਟ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।